मतलब साडी गवर्नमेंट दे कोई कायदे कानून है कि नहीं है? मेरा मतलब आ कि जेड़ा बंदा ह्यूमन राइट्स दा वायोलेट वो अपने मूहों कह रहा हैगा और पंजाब पुलिस दे विच सीगा ओहदी एनओसी वगैरह इन्हां ने चेक कीती सीगी जां ओह उत्थे एनओसी लैके आया सीगा बाहर? मतलब अंदरूनी सुरक्षा जिहड़ी हैगी आ बहुत वड्डी चीज़ हुंदी है। इत्थे रीयल मैरिज हुई हुंदी आ, रीयल मैरिज जेड़े असली एक्चुअली जेड़े विक्टिम हैगे आ ना इत्थे जेड़े सही हकदार है इमीग्रेशन दे वो हो रहे हैगे आ। चाहे कोई लड़की है चाहे कोई लड़का है वो अपनी रीयल मैरिज करवा के आउंदा सीगा 4-4 साल उन्हां नूं रिड़कदे सीगे और इत्थे जेड़ा लाणा बैठा वकीलां दा कंसलटेंट जेड़े हैगे आ ये और ये लोकां दी छिल लाई जांदे सीगे और जे किसी ने अपने मां बाप नूं सही तरीके नाल किसी ने विजिटर भी बुलाउणा हैगा आ ते ओहदियां तां इनकमां पुछदे फिरदे आ, कदे कुछ करदे फिरदे कदे कुछ करदे फिरदे आ ते फिर मैं अंगेज नहीं हैगा। एक स्टूडेंट आ जांदा हैगा मगर ही मां बाप जी साडी कुड़ी उदास हो गई साडा मुंडा उदास हो गया ਉਹ ਉਹਨਾਂ ਨੂੰ ਦੱਸਣਾ ਚੜ ਜਾਂਦਾ ਇੱਥੇ ਆਉਣੇ ਨੂੰ ਮਗਰੇ ਹੀ। ਤੇ ਜਿਹੜਾ ਬੰਦਾ ਇੱਥੇ ਪਿਛਲੇ 20-30 ਸਾਲਾਂ ਤੋਂ ਵੀ ਰਹਿ ਰਿਹਾ ਹੈਗਾ ਆ ਜੇ ਉਹ ਆਪਣੇ ਕਿਸੇ ਰਿਲੇਟਿਵ ਨੂੰ ਬੁਲਾਉਣਾ ਚਾਹੁੰਦਾ ਸਹੀ ਤਰੀਕੇ ਦੇ ਨਾਲ ਤੇ ਉਹਦਾ ਫਿਰ ਰੀਜ਼ਨ ਕੀ ਆ ਕਿ ਜਾ ਕੇ ਇਹਨਾਂ ਦੀਆਂ ਚਿੱਠੀਆਂ ਲਵੋ। ਇਹਦੇ ਵਿੱਚ ਇਹੀ ਇਹਨਾਂ ਦਾ ਧੰਦਾ ਹੈ, ਇਹੀ ਇਹਨਾਂ ਦਾ ਵਪਾਰ ਆ। ਔਰ ਮੈਂ ਵੈਸੇ ਕਹਿਣਾ ਨਹੀਂ ਚਾਹੁੰਦਾ ਸੁਖ ਸਾਹਿਬ ਨੇ ਤਾਂ ਆਪਣੀ ਨਾ ਮਿੱਟੀ ਪਲੀਤ ਕਰਵਾ ਲਈ ਆ, ਹਰ ਇੱਕ ਜਗ੍ਹਾ ਜਾ ਕੇ ਲੱਗੀਆਂ ਮੰਗਰ ਖੜੇ ਹੋ ਜਾਂਦੇ ਆ। ਬੰਦਾ ਕਵੰਦਾ ਦੇਖਣਾ ਚਾਹੀਦਾ ਇਹਨਾਂ ਨੂੰ ਔਰ ਪਤਾ ਲੱਗ ਜਾਂਦਾ ਹੈਗਾ ਕਿ ਕਿਹਦੇ ਹੱਥ ਜਿਹੜੇ ਹੈਗੇ ਆ ਖੂਨ ਨਾਲ ਲਿਬੜੇ ਹੋਏ ਆ। ਹੁਣ ਕਿੰਨੀ ਵਿਰੋਧੀ ਪਾਰਟੀ ਜੇ ਕੋਈ ਹੋਵੇ ਜਿਹੜੇ ਹੁਣ ਇਲੈਕਸ਼ਨ ਆਉਣੀ ਆ ਉਹਦੇ ਵਿੱਚ ਇਹ ਮੁੱਦਾ ਚੱਕ ਦੇਣ ਤਾਂ ਕੀ ਜਵਾਬ ਦੇਣਗੇ, ਉਹਦੇ ਬਾਰੇ ਕੀ ਸਫਾਈ ਦੇਣਗੇ? ਫਿਰ ਇਹ ਕਹਿ ਦੇਣਗੇ ਜੀ ਮੇਰੇ ਜਾਣਨੇ ਵਾਲੇ ਸੀ ਮੈਨੂੰ ਤਾਂ ਕੁਛ ਪਤਾ ਨਹੀਂ ਉਹ ਮੈਨੂੰ ਲੈ ਗਏ ਉੱਤੇ। ਭਾਈ ਤੂੰ ਮੈਂਬਰ ਆਫ ਪਾਰਲੀਮੈਂਟ ਆ, ਤੂੰ ਵਿਆਹ ਸ਼ਾਦੀਆਂ ਤਾਂ ਜਾਣੇ ਨੂੰ ਨਹੀਂ ਕਿਸੇ ਦੇ ਨਾਲ ਜਿਹੜਾ ਹੈਗਾ ਆ ਐਮਪੀ ਨੂੰ ਮਤਲਬ ਕਿ ਜ਼ਰੂਰੀ ਨਹੀਂ ਹੈਗਾ ਇੰਡੀਆ ਨਹੀਂ ਹੈਗਾ ਇਹ ਵੀ ਤੁਸੀਂ ਵੋਟਾਂ ਮੰਗਣ ਜਾਣਾ ਘਰ ਘਰ। ਔਰ ਗਵਰਨਮੈਂਟ ਦੇ ਜਿਹੜੇ ਇਮੀਗ੍ਰੇਸ਼ਨ ਦੇ ਮਿਨਿਸਟਰ ਸਾਹਿਬ ਆ ਉਹ ਕੋਈ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਹੈਗਾ, ਕੋਈ ਕੁਛ ਨਹੀਂ ਕਰ ਰਿਹਾ ਹੈਗਾ। ਸਹੀ ਹੱਕਦਾਰ ਆ ਸਾਡੇ ਭਾਈਚਾਰੇ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀ 2015 ਦੇ ਵਿੱਚ ਕਿ ਫੈਮਿਲੀ ਕੇਸਿਸ ਸੀਗੇ ਜਿਹੜੇ ਪੇਰੈਂਟਸ ਦੇ ਕੇਸ ਹੋ ਗਏ ਹੋਰ ਹੋ ਗਏ ਜਿਹੜੇ ਸੀਗੇ ਉਹ ਮਤਲਬ ਕਿ ਬਹੁਤ ਲੰਬਾ 8-8 10-10 ਸਾਲ ਜਿਹੜੇ ਸੀਗੇ ਆਪਣੇ ਬਜ਼ੁਰਗਾਂ ਨੂੰ ਇੱਥੇ ਨਹੀਂ ਆਉਣ ਦਿੰਦੇ ਸੀ। ਜਾਨੂੰ ਜਿਹੜੇ ਬੱਚੇ ਬੋਰਨ ਹੋਏ ਸੀਗੇ ਉਹ ਵੱਡੇ ਹੋ ਜਾਂਦੇ ਸੀਗੇ। ਉਹਦਾ ਮਸਲਾ ਹੱਲ ਹੋਇਆ ਨਹੀਂ। ਹਾਂ ਇਹਨੇ LMIਆਂ ਦਾ ਬਿਲਕੁਲ ਧੰਦਾ ਚਲਾ ਦਿੱਤਾ ਇੱਥੇ ਔਰ ਸਟੂਡੈਂਟ ਸੀਗੇ ਜਿਹੜੇ ਉਹਨਾਂ ਦਾ ਵੀ ਇਹਨਾਂ ਨੇ ਸ਼ੋਸ਼ਣ ਹੀ ਕੀਤਾ। ਇੰਨੀਆਂ ਫੀਸਾਂ ਲੈ ਕੇ ਉਹ ਬੱਚਿਆਂ ਲਈ ਕੋਈ ਸਹੂਲਤ ਨਹੀਂ ਔਰ ਯੂਨੀਵਰਸਿਟੀਆਂ ਜਿਹੜੀਆਂ ਇੱਕ ਦੋ ਕਮਰੇ 'ਚ ਬਣੀਆਂ ਉਹ ਲੁੱਟ ਰਹੀਆਂ ਹੈਗੀਆਂ ਆ। ਹੁਣ ਪਹਿਲਾਂ ਉਹਨਾਂ ਗੱਲਾਂ ਵਾਲਾ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ MP ਸਾਹਿਬ ਨੂੰ, ਨਾ ਕਿ ਬਿਆਨ ਸ਼ਾਚੇ ਵਜਾਉਣਾ ਚਾਹੀਦਾ ਹੈਗਾ। ਬਾਕੀ ਹੁਣ ਕੀ ਕਹਿ ਸਕਦੇ ਆ ਜੀ ਇੱਥੇ ਮਤਲਬ ਕਿ ਇੰਡੀਆ ਦੀ ਪੋਲਿਟਿਕਸ ਦੀ ਆਪਾਂ ਗੱਲਾਂ ਕਰਦੇ ਹਾਂ ਹੁਣ ਸਾਰੇ ਵੀ ਕਹਿ ਗਏ ਆ ਸਵੇਰੇ ਵੀ ਕਹਿ ਗਏ ਆ ਜ਼ਿਆਦਾ ਨੀਵਾ ਕਰ ਲਿਆ ਹੈਗਾ ਆ। ਸੋ ਫਿਰ ਕਈ ਸਾਡੇ ਕਾਲਰ ਜਿਹੜੇ ਹੈਗੇ ਆ ਜਿਹੜਾ ਡਾਕਟਰ ਜੰਡੀ ਸਾਹਿਬ ਸਹੀ ਕਰਕੇ ਗਏ ਸੀ ਕਰੈਕਟ ਕਰਕੇ ਗਏ ਸੀਗੇ ਕਿ ਕਈ ਪੜ੍ਹੇ ਲਿਖੇ ਹੈਗੇ ਆ ਬਟ ਉਹ ਬਾਜ ਵੇਲੇ ਗਲਤ ਖਬਰ ਦੇ ਜਾਂਦੇ ਆ। ਸੋ ਉਹ ਤੋਂ ਵੀ ਥੋੜ੍ਹਾ ਜਿਹਾ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈਗਾ। ਔਰ ਐਕਚੁਅਲੀ ਤਾਂ ਸਾਨੂੰ ਚਾਹੀਦਾ ਹੈਗਾ ਗਿੱਲ ਸਾਹਿਬ ਜਿਹੜਾ ਵੀ ਹੋਸਟ ਆ ਨਾ ਉਸੇ ਵੇਲੇ ਕਰੈਕਟ ਕਰ ਦੇਵੇ ਜਿਹੜਾ ਕੋਈ ਕਾਲਰ ਕੋਈ ਗਲਤ ਇਨਫੋਰਮੇਸ਼ਨ ਦੇ ਰਿਹਾ ਹੈਗਾ ਆ ਜਾਣੇ ਅਣਜਾਣੇ ਦੇ ਵਿੱਚ। ਮੈਂ ਇਹ ਨਹੀਂ ਕਹਿ ਰਿਹਾ ਕਿ ਕਿਸੇ ਦੀ ਮਨਸ਼ਾ ਕੀ ਹੈਗੀ ਆ, ਬਾਜ ਵੇਲੇ ਅਣਜਾਣਪੁਣੇ ਵਿੱਚ ਹੀ ਆਪਾਂ ਜਿਹੜੀ ਹੈਗੀ ਆ ਗਲਤ ਇਨਫੋਰਮੇਸ਼ਨ ਦੇ ਜਾਂਦੇ ਆ ਜਾਂ ਪੱਖ ਪੂਰ ਜਾਂਦੇ ਆ ਜਿਹੜੀ ਕੋਈ ਗਲਤ ਕੰਮ ਕਰ ਰਿਹਾ ਹੈਗਾ ਆ। ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਉਹ ਇਹਦਾ ਪਤਾ ਕਰੋ ਸਾਰੀ ਚੀਜ਼ ਦਾ ਵੀ ਕਿਵੇਂ ਹੋਈ ਇਹ ਵੀਜ਼ੇ ਦੀ ਕਿਵੇਂ ਹੋਈ ਕੀ ਕਹਾਣੀ ਹੋਈ। ਮਤਲਬ ਇਹਦੇ ਤੇ ਇਸ਼ੂ ਇਹ ਹੋ ਸਕਦਾ ਵੀ ਭਾਈ ਜਿਹੜੇ ਬੰਦੇ ਓਪਨਲੀ ਕਹਿੰਦੇ ਆ ਵੀ ਭਾਈ ਮੈਂ ਮਾਰੇ ਹੋਏ ਨੇ ਬਈ ਇਹਦੇ 'ਚ ਜਿਹੜੀ ਗੱਲ ਨਵੀਂ ਚੱਲਣੀ ਚਾਹੀਦੀ ਹੈ ਬਈ ਕਿਵੇਂ ਹੋਇਆ। ਵਪਾਰਕ ਸੰਦੇਸ਼ 1:24 ਹੋ ਗਏ ਜੀ। ਅਗਲਾ ਵਿਸ਼ਾ ਮੈਂ ਤੁਹਾਡੇ ਨਾਲ ਛੂਹਣਾ ਚਾਹੁੰਦਾ ਉਦੋਂ ਪਹਿਲਾਂ ਪ੍ਰਿਤਪਾਲ ਸਿੰਘ ਜੀ ਸੇਖੋਂ ਮੇਰੇ ਨਾਲ ਨੇ। ਨੰਬਰ 3 ਸੇਖੋਂ ਸਾਹਿਬ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਤੇ ਸਤਿ ਸ਼੍ਰੀ ਅਕਾਲ ਤੁਹਾਡੇ ਸਰੋਤਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਇਹ ਸਭ ਤੋਂ ਵੱਡੀ ਨਿੰਦਣਯੋਗ ਮਤਲਬ ਕਿ ਮੈਂ ਸਮਝ ਸਕਦਾ ਕਿ ਇਹ ਬਿਲਕੁਲ ਅਨਅਸੈਪਟੇਬਲ ਐਕਟ ਹੈਗਾ ਔਰ ਇਹ ਸਾਡੇ MP ਸਾਹਿਬਾਨ ਨੂੰ ਚੀਜ਼ ਸਮਝਣੀ ਚਾਹੀਦੀ ਹੈ ਕਿ ਵੀ ਜੋ ਚੀਜ਼ ਸਮਾਜ ਨੂੰ ਅਸੈਪਟੇਬਲ ਨਹੀਂ ਹੈਗੀ ਤੁਸੀਂ ਉਹ ਬਾਰ-ਬਾਰ ਗਲਤੀਆਂ ਕਿਉਂ ਕਰਦੇ ਹੋ। ਔਰ ਦੂਜੀ ਗਿੱਲ ਸਾਹਿਬ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਅੱਜ ਕਲੀਅਰ ਹੋ ਗਿਆ ਕਿ ਜਿਹੜੀ ਇਲੈਕਸ਼ਨ ਹੈ ਸੰਡੇ ਨੂੰ ਤਕਰੀਬਨ ਅਨਾਊਂਸ ਹੋ ਜਾਏਗੀ ਔਰ ਕਨਸੋਵਾ ਆ ਰਹੀਆਂ ਨੇ ਕਿ ਸੰਡੇ ਨੂੰ ਟਰੂਡੋ ਸਾਹਿਬ ਗਵਰਨਰ ਜਨਰਲ ਨੂੰ ਮਿਲਣ ਜਾ ਰਹੇ ਨੇ ਇਸ ਪਾਰਲੀਮੈਂਟ ਨੂੰ ਭੰਗ ਕਰਨ ਦੇ ਲਈ ਤੇ ਇਲੈਕਸ਼ਨ
20 ਸਤੰਬਰ ਨੂੰ ਕਰਾਉਣ ਦੇ ਲਈ। ਹੁਣ ਤੁਹਾਨੂੰ ਕਮਰ ਕੱਸਣੇ ਪੈਣੇ ਆ ਤਾਂ ਜੋ ਲੋਕਾਂ ਨੂੰ ਆਪਾਂ ਜਿਵੇਂ ਪਹਿਲਾਂ ਜਾਗਰਿਤ ਕੀਤਾ ਔਰ ਯਾਦ ਕਰਵਾਇਆ ਕਿ ਇਸ ਸਰਕਾਰ ਨੇ ਸਾਨੂੰ ਕਿਸ ਮੋੜ ਤੇ ਲਿਆ ਕੇ ਖੜਾ ਕਰਤਾ। ਜਿਹੜੀਆਂ ਹੁਣ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਜਿਵੇਂ 1.25 ਟ੍ਰਿਲੀਅਨ ਡਾਲਰ ਦਾ ਸਾਡੇ ਤੇ ਕਰਜ਼ਾ ਚੜ੍ਹ ਚੁੱਕਿਆ ਹੈ, ਜਿਹੜਾ ਬੱਚਾ ਜੰਮੇਗਾ 70 ਸਾਲ ਤੱਕ ਕਰਜ਼ਾ ਲਾਏਗਾ। 2070 ਤੱਕ ਵੀ ਬਜਟ ਬੈਲੈਂਸ ਹੋਣਾ ਨਹੀਂ ਹੈ, ਜਿਹੜਾ ਕਿ ਪਾਰਲੀਮੈਂਟ ਦੇ ਬਜਟ ਆਫੀਸਰ ਦੱਸ ਰਹੇ ਨੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਮੇਰੇ ਹੱਥ 'ਚ ਅਜੇ ਫਲਾਇਰ ਹੈ ਜਿਹੜੇ ਕਿ ਨਿਊਟਨ ਦੇ ਰਾਈਟਿੰਗ ਐਸੋਸੀਏਸ਼ਨ ਵੱਲੋਂ ਭੇਜੇ ਜਾ ਰਹੇ ਘਰਾਂ ਦੇ ਵਿੱਚ। ਉੱਥੇ ਇਹ 13.8 ਮਿਲੀਅਨ ਡਾਲਰ ਅਫੋਰਡੇਬਲ ਹਾਊਸਿੰਗ ਸਰੀ 'ਚ ਗੱਲ ਕਰ ਰਹੇ। ਦੇਖੋ, ਅਫੋਰਡੇਬਲ ਹਾਊਸਿੰਗ ਨੂੰ ਲੈ ਕੇ ਮੈਂ ਤਕਰੀਬਨ ਪਿਛਲੇ 5-6 ਸਾਲ ਤੋਂ ਲੜ ਰਿਹਾ, ਕਿਉਂਕਿ ਅਫੋਰਡੇਬਲ ਹਾਊਸਿੰਗ 3 ਡਿਫਰੈਂਟ ਕੰਪੋਨੈਂਟ ਨੇ। ਇੱਕ ਹੈਗਾ ਜਿਹੜੀ ਕਰੰਟ ਮਾਰਕੀਟ ਦੇ ਵਿੱਚ ਘਰਾਂ ਦੀ ਪ੍ਰਾਈਸ ਨੂੰ ਕੰਟਰੋਲ ਕਰਨਾ, ਦੂਜਾ ਹੈਗਾ ਜਿਹੜੀ ਸੋਸ਼ਲ ਹਾਊਸਿੰਗ ਤੇ ਅਫੋਰਡੇਬਲ ਹਾਊਸਿੰਗ ਕ੍ਰੀਏਟ ਕਰਨੀ। ਔਰ ਕੱਲ ਹੀ ਇੱਕ ਰਿਪੋਰਟ ਮੇਰੇ ਹੱਥ ਆਈ ਹੈ ਜਿਹੜੀ ਮੈਨੂੰ ਕਿਸੇ ਸੋਰਸ ਤੋਂ ਮਿਲੀ ਆ। ਉੱਥੇ ਪਤਾ ਲੱਗਾ ਕਿ ਲਿਬਰਲ ਵੱਲੋਂ ਜਿਹੜਾ 10 ਬਿਲੀਅਨ ਡਾਲਰ ਦਾ ਅਫੋਰਡੇਬਲ ਹਾਊਸਿੰਗ ਦਾ ਬਾਰ-ਬਾਰ ਛਾਤੀ ਠੋਕ ਕੇ ਹੱਲ ਕੀਤੀ ਜਾ ਰਹੀ ਸੀਗੀ, ਜੋ ਕਿ ਪਿਛਲੇ 3 ਸਾਲਾਂ ਦੇ ਵਿੱਚ ਇਹਨਾਂ ਨੇ ਸਪੈਂਡਿੰਗ ਕਰਨੀ ਸੀਗੀ, ਉਹ 50% ਵੀ ਨਹੀਂ ਕਰ ਪਾਏ। ਦੇਖੋ ਕਿੰਨਾ ਵੱਡਾ ਫੇਲੀਅਰ ਹੈ ਕਿ ਪੈਸਾ ਬਜਟ 'ਚ ਪਿਆ ਹੋਵੇ ਔਰ ਇਹਨਾਂ ਦੇ ਕੋਲ ਵਿਜ਼ਨ ਨਾ ਹੋਵੇ। ਇਹ ਪਾਲਿਸੀਜ਼ ਇਹੋ ਜਿਹੀਆਂ ਹੋਣ ਕਿ ਸਿਰਫ LMI ਵੇਚਣ ਤੇ ਜ਼ੋਰ ਦਿੱਤਾ ਹੋਵੇ ਔਰ ਮੁਲਕ ਦੇ ਜਿਹੜੇ ਮਸਲੇ ਨੇ ਹੱਲ ਕਰਨ ਤੇ ਜ਼ੋਰ ਨਾ ਦਿੱਤਾ ਹੋਵੇ। ਸਰਬ 'ਚ ਤੁਹਾਨੂੰ ਪਤਾ ਕਿਵੇਂ ਧਾਂਦੀਆਂ ਹੋਈਆਂ, ਤੁਹਾਨੂੰ ਪਤਾ ਹੈ ਕਿ ਵੇਸਟ ਸਬਸਿਡੀ ਕਿਵੇਂ ਧਾਂਦੀਆਂ ਹੋਈਆਂ, ਤੁਹਾਨੂੰ ਪਤਾ ਹੈ ਕਿ ਕਿਵੇਂ ਕੈਸੀਨੋ ਜਿਹੜਾ ਕਿ ਬੈਂਕਰਪਟ ਹੋਇਆ ਪਿਆ ਸੀ ਦਸੰਬਰ ਦੇ ਵਿੱਚ, ਬਿਫੋਰ COVID-19 ਤੋਂ ਪਹਿਲਾਂ 2019 ਦੇ ਵਿੱਚ ਬੈਂਕਰਪਸੀ ਫਾਈਲ ਕੀਤੀ ਸੀ, ਉਹ 200 ਮਿਲੀਅਨ ਡਾਲਰ ਲੈ ਗਿਆ। ਇਹ ਜਿਹੇ ਹਾਲਾਤ ਸਰਕਾਰ ਦੇ ਜਦੋਂ ਸੀਗੇ, SNC ਲੈਵਲਿੰਗ ਨੂੰ ਲੋਕਾਂ ਨੂੰ ਨਹੀਂ ਭੁੱਲਣਾ ਚਾਹੀਦਾ, ਵੀ ਚੈਰਿਟੀ ਨੂੰ ਨਹੀਂ ਭੁੱਲਣਾ ਚਾਹੀਦਾ, ਕਿਉਂਕਿ SNC ਲੈਵਲਿੰਗ ਦਾ ਮੁੱਦਾ ਜਿਹੜਾ ਸੀ 2019 ਦੇ ਵਿੱਚ ਹਾਵੀ ਸੀਗਾ, ਵੀ ਚੈਰਿਟੀ ਦਾ ਮੁੱਦਾ ਹਾਵੀ ਸੀਗਾ, ਜਿਹਦੇ ਕਰਕੇ ਇਹਨਾਂ ਨੂੰ ਮਿਨੋਰਟੀ ਜਾਣਾ ਪਿਆ। ਕਿਉਂਕਿ SNC ਲੈਵਲਿੰਗ ਨੇ ਬਹੁਤ ਵੱਡੀ ਸੱਟ ਮਾਰੀ ਸੀ, ਉਦੋਂ ਵੀ ਚੈਰਿਟੀ ਦਾ ਐਸਟੀ ਮੁੱਦਾ ਜਿਹੜਾ ਹੈਗਾ ਇਸ ਦੇ ਵਿੱਚ ਬਹੁਤ ਹਾਵੀ ਰਹੇਗਾ। ਉਸ ਤੋਂ ਬਾਅਦ ਜੋ ਇਹਨਾਂ ਨੇ ਜੂਡੀ ਵਿਲਸਨ ਦੇ ਨਾਲ ਕੀਤਾ, ਆਪਣੀ ਦੋਸਤਾਂ ਨੂੰ ਬੈਨੀਫਿਟ ਦੇਣ ਦੇ ਲਈ, ਆਪਣੀ ਚਹੇਤਿਆਂ ਨੂੰ ਬੈਨੀਫਿਟ ਦੇਣ ਦੇ ਲਈ ਪ੍ਰਾਈਮ ਮਿਨਿਸਟਰ ਆਫਿਸ ਦੇ ਅੰਦਰ ਜੋ ਕਰਪਸ਼ਨ ਦਾ ਲੈਵਲ ਹੈਗਾ, ਇਹ ਲੋਕਾਂ ਨੂੰ ਹੁਣ ਯਾਦ ਕਰਵਾਉਣਾ ਪੈਣਾ ਆਪਾਂ ਨੂੰ। ਤੁਹਾਨੂੰ ਮੈਂ ਬੇਨਤੀ ਕਰਦਾ ਕਿ ਹੁਣੇ ਰੇਡੀਓ ਤੋਂ ਤੁਸੀਂ ਇੱਕ ਸੀਰੀਜ਼ ਸ਼ੁਰੂ ਕਰੋ, ਇਹਨਾਂ ਦੇ ਜਿਹੜੇ ਕਾਰਨਾਮੇ ਨੇ, ਕਾਲੇ ਚਿੱਠੇ ਨੇ, ਅਸੀਂ ਇਹਨਾਂ ਦੇ ਖੋਲੀਏ ਔਰ ਲੋਕਾਂ ਨੂੰ ਦੱਸੀਏ ਕਿ ਵੀ ਇਹਨਾਂ ਦੀ ਕਾਰਨ ਅੱਜ ਸਾਡੇ ਪੰਜਾਬ ਦੇ ਅੰਦਰ ਸੁਸਾਈਡਸ ਹੋ ਰਹੇ ਨੇ, ਫੇਕ ਮੈਰਿਜਾਂ ਹੋ ਰਹੀਆਂ ਨੇ, ਇਹਨਾਂ ਦੇ ਗਲਤ ਨੀਤੀਆਂ ਦੇ ਕਾਰਨ। LMI 50-50 ਹਜ਼ਾਰ ਦੀਆਂ, ਪੰਜਾਬ ਦੇ ਜਾਏ ਬੱਚੇ, ਉਹਨਾਂ ਕਿਸਾਨਾਂ ਦੇ ਬੱਚੇ ਜਿਨ੍ਹਾਂ ਦੇ ਅਸੀਂ ਹੱਕ ਦੇ ਵਿੱਚ ਖੜੇ ਹਾਂ, ਜਿਨ੍ਹਾਂ ਦੇ ਅਸੀਂ ਹੱਕ ਦੇ ਖੜਨ ਲਈ ਆਪਣੀ ਕਾਰਾਂ ਦੇ ਵੱਡੇ ਵੱਡੇ ਪੋਸਟਰ ਲਾਈਵ ਕਰਦੇ ਹੈ, ਉਹਨਾਂ ਤੋਂ ਅਸੀਂ 50-50 ਹਜ਼ਾਰ ਲੈ ਕੇ ਉਹਨਾਂ ਨੂੰ ਲੁੱਟ ਰਹੇ ਹਾਂ। 12-12 ਘੰਟੇ ਕੰਮ ਕਰਾ ਕੇ ਅਸੀਂ $10 ਵੀ ਨਹੀਂ ਦਿੰਦੇ ਹੈਗੇ, ਔਰ ਉਹ ਵਿਚਾਰੇ 15-16 ਘੰਟੇ ਕੰਮ ਕਰਕੇ, ਉਦੋਂ ਜੌਬਾਂ ਕਰਕੇ ਮਸੀਂ $800-900 ਕਰ ਲੈ ਕੇ ਜਾਂਦੇ ਆ, ਕਿਉਂਕਿ ਉਹਨਾਂ ਨੂੰ ਪੱਕੇ ਹੋਣ ਲਈ ਆਪਣੀ ਸੁਪਰਵਾਈਜ਼ਰ ਦੀ ਜਾਂ ਮੈਨੇਜਰ ਦੀ ਜਿਹੜੀ ਪੇ ਸਲਿੱਪ ਹੈਗੀ $36 'ਚ ਬਣਵਾਉਣੀ ਪੈਂਦੀ ਹੈਗੀ ਹੈ। ਔਰ ਉਸ ਤੋਂ ਬਾਅਦ ਜਿਹੜਾ ਜਿਹਨੇ LMI ਵੇਚੀ, ਨਾ ਤਾਂ ਉਹਨੂੰ ਕੰਮ ਦੇ ਰਿਹਾ, ਦੂਜਾ ਉਹਨੂੰ ਕਹਿ ਰਿਹਾ ਕਿ ਲਿਆ ਕੇ ਮੈਨੂੰ 2 ਜਾਂ 3 ਹਜ਼ਾਰ ਰੁਪਇਆ ਮਹੀਨਾ ਮੈਨੂੰ ਦੇ, ਜਿਹੜਾ ਕਿ ਮੈਂ ਤੇਰਾ ਟੈਕਸ ਭਰ ਸਕਾਂ, ਤੇਰੀ CPC ਭਰ ਸਕਾਂ, ਪਲੱਸ $200-400 ਮੈਨੂੰ ਵੀ ਦੇ, ਕਿਉਂਕਿ ਮੇਰਾ ਵੀ ਐਡਮਿਨਿਸਟ੍ਰੇਸ਼ਨ ਖਰਚਾ, ਮੈਂ ਤੇਰਾ ਚੈੱਕ ਬਣਾਉਣਾ ਹੈਗਾ। ਇਹ ਜਿਹੇ ਹਾਲਾਤ ਜਦੋਂ ਹੋ ਜਾਣ, $20 ਬਿਲੀਅਨ ਦੀ ਸਾਲਾਨਾ ਹਵਾਲੇ ਦੇ ਥਰੂ ਅੰਡਰਗਰਾਊਂਡ ਇਕੋਨਮੀ ਦੇ ਵਿੱਚ ਮਨੀ ਲਾਂਡਰ ਹੋ ਰਹੀ ਹੋਵੇ ਹਾਊਸਿੰਗ ਦੇ ਥਰੂ, ਇਹ ਜਿਹੇ ਹਾਲਾਤ ਕਿਹਨਾਂ ਨੇ ਬਣਾਏ? ਜਿਨ੍ਹਾਂ ਨੇ 50-50 ਹਜ਼ਾਰ ਦੇ ਟੇਬਲ ਵੇਚੇ ਸੀਗੇ ਇਮੀਗ੍ਰੈਂਟ ਕੰਸਲਟੈਂਟਾਂ ਨੂੰ, ਮੂਰਲੇ ਟੇਬਲ, ਜਿਹੜੇ ਸਭ ਤੋਂ ਵੱਡੇ ਇਹਨਾਂ ਦੇ ਫੰਡ ਕੰਟਰੀਬਿਊਟਰ ਹੈਗੇ ਨੇ। ਜਦੋਂ ਇਹ ਜਿਹੇ ਬੰਦੇ ਤੁਹਾਡੇ ਆਲੇ ਦੁਆਲੇ ਹੋਣਗੇ, ਜਿਨ੍ਹਾਂ ਦੇ ਨਾਲ ਰਲ ਕੇ ਤੁਸੀਂ ਧੰਦੇ ਕਰਦੇ ਹੋਵੋ, ਪ੍ਰਾਪਰਟੀਆਂ ਖਰੀਦਦੇ ਹੋਵੋ, ਉਹਨਾਂ ਨੂੰ ਤੁਸੀਂ ਸ਼ਹਿ ਦਿੰਦੇ ਹੋਵੋ, ਔਰ ਉਹ ਇੱਥੇ ਪੰਜਾਬ ਦੇ ਜਾਇਆਂ ਨੂੰ, ਵਿਚਾਰਿਆਂ ਨੂੰ ਲੁੱਟ ਰਹੇ ਨੇ, ਧੀਆਂ ਨੂੰ ਖਰਾਬ ਕਰ ਰਹੇ ਨੇ, ਉਹਨਾਂ ਤੋਂ 15-15 ਘੰਟੇ ਕੰਮ ਕਰਾ ਕੇ ਉਹਨਾਂ ਦੀ ਤਨਖਾਹ ਨਹੀਂ ਦੇ ਰਹੇ। ਇੰਨਾ ਮਿਆਰ ਸਾਡਾ ਗਿਰ ਗਿਆ। ਮੈਨੂੰ ਦੁੱਖ ਹੁੰਦਾ ਕਿ ਸਰਕਾਰ ਦਾ ਇਹ ਪ੍ਰਧਾਨ ਮੰਤਰੀ ਰੈੱਡ FM ਦੇ ਉੱਪਰ ਸ਼ਰੇਆਮ ਪੁੱਛਿਆ ਗਿਆ ਹੋਵੇ ਕਿ 50-50 ਹਜ਼ਾਰ ਦੀ LMI ਵੇਚਦੇ, ਤੈਨੂੰ ਪਤਾ ਹੈ, ਬੜੇ ਨਮੋਸ਼ੀ ਦੇ ਨਾਲ ਕਹੇ ਹਾਂ ਮੈਨੂੰ ਪਤਾ ਹੈ, ਅਸੀਂ ਕਰਾਂਗੇ ਕੁਝ।
ਕੀ ਕੀਤਾ? ਕੋਈ ਟਾਸਕ ਫੋਰਸ ਬਣਾਈ, ਕੋਈ ਐਕਸ਼ਨ ਲਿੱਤਾ? ਕੀ ਇਹਨਾਂ ਦੇ ਪੰਜਾਬ ਤੋਂ ਆਏ ਜਾਇਆਂ ਨੂੰ ਓਪਨ ਵਰਕ ਪਰਮਿਟ ਦੇਣ ਦੀ ਪ੍ਰੋਵੀਜ਼ਨ ਕੀਤੀ? ਸ਼ਿਕਾਇਤ ਕਰ ਦਿਓ ਜੀ। ਨਾ ਤੁਹਾਡੇ ਕੋਲ ਟਾਸਕ ਫੋਰਸ ਹੈ, ਨਾ ਤੁਹਾਡੇ ਕੋਲ ਕਾਨੂੰਨ ਹੈ। ਜਿਹੜੀਆਂ ਤੁਸੀਂ ਗੱਲਾਂ ਕਰਦੇ, ਆਸਟ੍ਰੇਲੀਆ ਨੇ ਕੰਮ ਕੀਤਾ ਸੀ, ਆਇਰਨ ਗੇਟ ਐਕਸ਼ਨ ਕੀਤਾ ਸੀ ਡਰੱਗ ਡੀਲਰਾਂ ਦੇ ਖਿਲਾਫ, $1 ਬਿਲੀਅਨ ਪਹਿਲਾਂ ਪ੍ਰੋਵੀਜ਼ਨ ਰੱਖੀ, ਫਿਰ ਕਾਨੂੰਨਾਂ 'ਚ ਬਦਲੀ ਕੀਤੀ। ਜਦੋਂ ਇਹ ਸਾਰਾ ਟਾਸਕ ਹੋ ਗਿਆ, ਉਸ ਤੋਂ ਬਾਅਦ FBI ਨੂੰ ਨਾਲ ਲੈ ਕੇ ਵਰਲਡ ਵਾਈਡ ਬੰਦੇ ਟੈਪ ਕਰਕੇ ਇੱਕੋ ਦਿਨ ਦੇ ਵਿੱਚ 8000 ਬੰਦਾ ਚੁੱਕ ਲਿਆ। ਇੱਦਾਂ ਹੁੰਦੇ ਨੇ ਕੰਮ। ਉਹ ਹੈ ਪ੍ਰਧਾਨ ਮੰਤਰੀ ਆਸਟ੍ਰੇਲੀਆ ਦਾ। ਸਾਡਾ ਪ੍ਰਧਾਨ ਮੰਤਰੀ ਆਪਣਾ ਟਨਿਓਰ ਹੀ ਇਸੇ ਕੰਮ 'ਚ ਨਿਕਲ ਗਿਆ। ਆਪਣੀਆਂ ਕੀਤੀਆਂ ਨਲਾਇਕੀਆਂ, ਆਪਣੀਆਂ ਕੀਤੀਆਂ ਢਾਂਦਲੀਆਂ ਤੇ ਆਪਣੇ ਦੋਸਤਾਂ ਨੂੰ ਬਚਾਉਣ ਵਾਸਤੇ ਹੀ ਪਾਰਲੀਮੈਂਟ ਦਾ ਸਮਾਂ ਬਰਬਾਦ ਕਰਦਾ ਰਿਹਾ। ਇਹ ਜੇ ਬੰਦੇ ਨੂੰ ਕੀ ਤੁਸੀਂ ਅੱਗੇ ਫੇਰ ਲਿਆਉਣਾ ਚਾਹੋਗੇ? ਮੈਂ ਤਾਂ ਨਹੀਂ ਸਮਝਦਾ। ਮੈਂ ਤਾਂ ਨਹੀਂ ਕਦੀ ਇੱਦਾਂ ਕਰਾਂਗਾ, ਕਿਉਂਕਿ ਮੈਨੂੰ ਆਪਣੇ ਬੱਚਿਆਂ ਦਾ ਭਵਿੱਖ ਪਤਾ ਹੈਗਾ, ਉਹਨਾਂ ਨੂੰ ਸਿਕਿਉਰ ਕਿਵੇਂ ਕਰਨਾ। ਔਰ ਬੱਚਿਆਂ ਦੇ ਭਵਿੱਖ ਦੇ ਲਈ ਮੈਂ ਇਹੋ ਜਿਹੀ ਨਖਦ ਸਰਕਾਰ ਨੂੰ ਕਦੀ ਵੀ ਵੋਟ ਨਹੀਂ ਪਾਵਾਂਗਾ। ਇਹੀ ਮੈਂ ਬੇਨਤੀ ਤੁਹਾਡੇ ਮਾਧਿਅਮ ਦੇ ਰਾਹੀਂ ਤੁਹਾਡੇ ਲਿਸਨਰ ਨੂੰ ਕਰਦਾ ਕਿ ਥੋੜੇ ਜਿਹੇ ਜਾਗਰਤ ਹੋ ਜਾਓ, ਥੋੜੇ ਜਾਗਰਤ ਹੋ ਜਾਓ। ਜੇ ਸਾਡੇ ਸਮਾਜ ਦੇ ਵਿੱਚ ਗਿਰਾਵਟ ਆ ਰਹੀ ਹੈ ਔਰ ਅਸੀਂ ਕਰਪਸ਼ਨ ਦੀ ਤਰਫ ਵੱਧ ਰਹੇ ਹਾਂ, ਲੋਕ ਅੱਜ ਕਹਿਣ ਲੱਗ ਗਏ ਬਹੁਤ ਜਲਦੀ ਇਹ ਹਿੰਦੁਸਤਾਨ ਦੀ ਤਰ੍ਹਾਂ ਮੋਸਟ ਕਰਪਟ ਕੰਟਰੀ ਬਣ ਜਾਏਗੀ, ਔਰ ਬਣ ਚੁੱਕੀ ਹੈ। ਤੁਸੀਂ ਜਾ ਕੇ ਦੇਖੋ UNO ਦੇ ਵਿੱਚ ਇਸ ਵੇਲੇ ਅਸੀਂ ਟੈਗ ਕਰ ਦਿੱਤੇ ਗਏ ਹਾਂ ਮੋਸਟ ਫੇਵਰੇਟ ਪਲੇਸ ਫॉर ਮਨੀ ਲਾਂਡਰ ਐਂਡ ਕ੍ਰਿਮੀਨਲ। ਤੇ ਤੁਸੀਂ ਦੇਖੋ ਜਦੋਂ ਇਹ ਜਿਹੇ ਹਾਲਾਤ ਬਣ ਗਏ, ਕੀ ਕਰੋਗੇ ਤੁਸੀਂ? ਕੀ ਬਣੇਗਾ ਤੁਹਾਡਾ? ਕੀ ਬਣੇਗਾ ਤੁਹਾਡਾ ਬੱਚਿਆਂ ਦਾ, ਜਿਹੜੇ ਆਲਰੇਡੀ ਕਰਜ਼ਈ ਹੋ ਚੁੱਕੇ 2070 ਤੱਕ? ਅਗਲੇ 70 ਸਾਲ ਤੱਕ ਅੱਜ ਦਾ ਜੰਮਿਆ ਬੱਚਾ ਕਰਜ਼ਾ ਲਾਂਦਾ ਮਰ ਜਾਊਗਾ। ਔਰ ਕਰਜ਼ਾ ਕਿਹਦਾ ਕਰਕੇ ਚੜਿਆ? ਇਹਨਾਂ ਦੀਆਂ ਗਲਤ ਪਾਲਿਸੀਆਂ ਕਰਕੇ, ਫਰਾਡ ਕਰਕੇ ਲੋਕ 4 ਕੰਪਨੀਆਂ ਫਰਾਡ ਬਣਾ ਕੇ ਪੈਸੇ ਲੈ ਗਏ। ਉਸ ਤੋਂ ਬਾਅਦ ਉਹ ਮਿਲੀਅਨਰ ਬਣ ਕੇ ਰੇਂਜ ਰੋਵਰਾਂ ਤੇ ਘੁੰਮ ਰਹੇ ਨੇ। ਸਾਡੇ ਬੱਚੇ ਮਜ਼ਦੂਰੀਆਂ ਕਰ ਕਰਕੇ, ਵਾਧੂ ਟੈਕਸ ਦੇ ਕੇ, ਘੱਟ ਸਰਵਿਸਾਂ ਗੌਰਮੈਂਟ ਤੋਂ ਮਿਲਣਗੀਆਂ, ਕੱਟ ਡਾਊਨ ਹੋਣੇ ਨੇ। ਉਹ ਧੱਕੇ ਖਾਂਦੇ ਫਿਰਨਗੇ ਅਗਲੇ 70 ਸਾਲ ਤੱਕ। ਇਹੋ ਜਿਹਾ ਸਮਾਜ ਸਿਰਜਣ ਲਈ ਕੈਨੇਡਾ ਆਏ ਸੀਗੇ। ਮੈਨੂੰ ਲੱਗਦਾ ਕਿ ਸਾਨੂੰ ਆਪਣੀ ਜਿਗਰ ਦੀ ਆਵਾਜ਼ ਸੁਣਨੀ ਪੈਣੀ ਹੈ। ਇਹ ਜਿਹੜੇ ਵਿਅਕਤੀ ਤੁਰੇ ਫਿਰਦੇ ਸਾਡੇ ਸਮਾਜ ਦੇ ਵਿੱਚ, ਜਿਹੜੇ MP ਬਣੇ ਫਿਰਦੇ, ਇਹਨਾਂ ਨੂੰ ਨਕਾਰੋ। ਕਾਬਲ ਬੰਦਿਆਂ ਨੂੰ ਅੱਗੇ ਲੈ ਕੇ ਆਓ। ਮੇਰੀ ਵੀ ਇਹੀ ਬੇਨਤੀ ਹੈ, ਕਾਬਲ ਸਰਕਾਰ ਲੈ ਕੇ ਆਓ, ਨਕਾਰੋ ਇਹਨਾਂ ਨੂੰ। ਬਸ ਇਹੀ ਬੇਨਤੀ ਹੈ ਜੀ ਮੇਰੀ। ਥੈਂਕ ਯੂ ਜੀ। ਥੈਂਕ ਯੂ ਜੀ, ਧੰਨਵਾਦ। ਭਾਈਚਾਰੇ ਦੇ ਵਿੱਚ ਨੌਜਵਾਨ ਜਿਹੜੇ ਸਾਡੇ ਜਵਾਕ ਨੇ, ਉਹਨਾਂ ਦੀ ਗਿਣਤੀ ਜਿਹੜੀ ਘਟ ਰਹੀ ਹੈ, ਉਹ ਇੱਕ ਹੀ ਕਾਫੀ ਹੋਰ ਤੋਂ ਮਾਫੀ ਵਾਲੀ ਗੱਲ ਜਿਹੜੀ ਹੈ। ਪਿਛਲੇ ਦਿਨੀ ਇੱਕ ਪੋਸਟ ਜਿਹੜੀ ਫੇਸਬੁੱਕ ਤੇ ਛਪੀ, ਜਿਹਦੇ ਵਿੱਚ ਕਿਸੇ ਅਫਸਰ ਨੇ ਆਪਣੇ ਦਿੱਲੀ ਦੇ ਵਿੱਚ ਗੱਲ ਕਰਦੇ, ਦਿੱਲੀ ਭਾਰਤ ਸਰਕਾਰ ਦੇ ਵਿੱਚ ਵੱਡੇ ਅਫਸਰ ਨੇ ਕਿਹਾ ਵੀ ਸਿੱਖਾਂ ਤੋਂ ਤਕਲੀਫ ਕਾਹਦੀ ਹੈ? ਮੁਲਕ 'ਚ ਹਿੱਸਾ ਪਾਉਂਦੇ ਨੇ, ਅੰਨ ਉਗਾਉਂਦੇ ਨੇ, ਫੌਜ 'ਚ ਨੌਕਰੀ ਕਰਦੇ ਨੇ, ਪੁੰਨਦਾਨ ਕਰਕੇ ਗਰੀਬਾਂ ਲਈ ਲੰਗਰ ਚਲਾਉਂਦੇ ਨੇ, ਔਖੇ ਸਮੇਂ ਮਦਦ ਲਈ ਬੋਲਦੇ ਨੇ, ਕ੍ਰਾਈਮ ਰੇਟ ਸਭ ਤੋਂ ਘੱਟ ਹੈ। ਉਹ ਕਹਿੰਦਾ ਵੀ ਭਾਰਤੀ ਸਿਸਟਮ ਦਾ ਜਿਹੜਾ ਉਹ ਮਨ ਦਾ ਖੌਫ ਆ ਜਿਹੜਾ ਸਿੱਖਾਂ ਤੋਂ, ਉਹ ਭੈ ਖਾਂਦੇ ਨੇ ਵੀ ਇਹਨਾਂ ਦਾ ਪਤਾ ਨਹੀਂ ਇਹ ਕਦ, ਕਿਉਂਕਿ ਸੋਵਰਨ ਕਹਿੰਦੇ ਨੇ ਬਾਦਸ਼ਾਹਤ ਦਾ ਖੂਨ ਹੈ, ਜਾਂ ਹੱਸਦੇ ਨੇ ਉਹ ਲੱਗਦਾ ਵੀ ਇਹਨਾਂ ਦਾ ਹਾਸੇ 'ਚ ਪਤਾ ਨਹੀਂ ਕੀ ਹੈ। ਤੇ ਕਹਿੰਦੇ ਲੰਮੀ ਗੱਲਬਾਤ ਹੁੰਦੀ ਦੁਪਹਿਰ ਦੀ ਰੋਟੀ ਦੇ ਸਮੇਂ, ਨਾਲ ਦਾ ਅਫਸਰ ਸੀ ਮੇਰੇ, ਆਲ ਇੰਡੀਆ ਰੇਡੀਓ ਦੇ ਸਾਹਮਣੇ ਯੋਜਨਾ ਭਵਨ 'ਚ ਬਹਿੰਦਾ ਸੀ। ਅਗਲੇ ਪੜਾਅ 'ਚ ਕਹਿੰਦਾ ਉਹ ਬਈ 2 ਹੀ ਕਾਫੀ, ਹੋਰ ਤੋਂ ਮਾਫੀ ਦਾ ਨਾਅਰਾ ਸਾਡਾ ਬਹੁਤ ਕੰਮ ਕੀਤਾ ਪੰਜਾਬ 'ਚ, ਤੁਹਾਡੇ 35 ਸਾਲ ਲਾਏ ਅਸੀਂ, ਬਜਟ ਵੀ ਖਰਚ ਹੈ। ਕਹਿੰਦਾ ਹੁਣ ਅਸੀਂ ਇੱਕ ਹੀ ਕਾਫੀ ਹੋਰ ਤੋਂ ਮਾਫੀ ਤੇ ਲੈ ਆਏ। ਇੱਕ ਬੱਚੇ ਨੂੰ ਬਚਾਉਣ ਲਈ ਸਾਰੀ ਉਮਰ ਕਹਿੰਦਾ ਤਰਲੋ ਮੱਛੀ ਹੋਈ ਜਾਓਗੇ, ਡਿਫੈਂਸਿਵ ਹੋ ਕੇ ਵਿਚਰਦੇ ਰਹੋਗੇ ਤੇ ਹੋਰ ਪਾਸੇ ਧਿਆਨ ਨਹੀਂ ਜਾਊ। 2 ਦਾ ਤੁਹਾਨੂੰ ਡਰ ਹੁੰਦਾ ਵੀ ਚੱਲ ਇੱਕ ਹੈਗਾ, ਹੁਣ ਇੱਕ ਨੂੰ ਸਾਂਭਦੇ ਉਹਦੇ ਆਲੇ ਦੁਆਲੇ ਫਿਰੋਗੇ, ਹੋਰ ਤੁਹਾਡੀ ਕਿਸੇ ਚੀਜ਼ ਦੀ ਸੋਚਣੀ ਨਹੀਂ ਹੈ। ਵੀ ਗੱਲ ਸੱਚ ਹੈ। ਆਪਣੇ ਵਿਹੜੇ ਵਾਲੇ ਦੇਖਦਾ ਹੈ ਵੀ ਆਪ ਮੇਰਾ ਜਵਾਕ, ਮੇਰਾ 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 ਤੇ ਮੇਰਾ ਤੇ ਮੇਰਾ, ਬਸ ਕਿਸੇ ਦਾ ਨਹੀਂ। 91 ਮਰਦਮਸ਼ੁਮਾਰੀ 'ਚ ਪੰਜਾਬ 'ਚ 14 ਸਾਲ ਦੀ ਉਮਰ ਤੋਂ ਲੈ ਕੇ 28 ਸਾਲ ਦੀ ਉਮਰ ਦੀ ਨੌਜਵਾਨਾਂ ਦੀ ਗਿਣਤੀ 41,54,000 ਸੀ। 2001 'ਚ 13 ਲੱਖ ਘਟ ਕੇ 28,81,000 ਰਹਿ ਗਈ।
2021 ਦੀ ਮਰਦਮਸ਼ੁਮਾਰੀ ਜਿਹੜੀ ਹੈ ਹੋਣੀ ਹੈ ਇਹ 20 ਲੱਖ ਤੋਂ ਵੀ ਘੱਟ ਜਾਣੀ। 20 ਸਾਲਾਂ ਨੂੰ ਕੀ ਹੋਊ ਇਹ ਰੱਬ ਜਾਣਦਾ। ਇਹ ਪਤਾ ਨਹੀਂ ਕਿੱਥੋਂ ਸਾਡੇ ਚੀਜ਼ ਇਹ ਘਰ ਕਰਕੇ ਗਈ ਹੈ। ਇਹ ਬੱਚੇ ਨਹੀਂ ਪੈਦਾ ਕਰਨੇ। ਅੱਛਾ ਹੋਇਆ ਪਤਾ ਕਦ ਇਹ? ਜਦ ਅਸੀਂ ਅਮੀਰੀ ਚ ਆ ਗਏ, ਗਰੀਬੀ ਚੋਂ ਨਿਕਲ ਗਏ। ਜਦ ਰੇਹੜੀਆਂ ਚੋਂ ਨਿਕਲ ਆਏ, ਬਲਦਾਂ ਚੋਂ ਨਿਕਲ ਆਏ, ਸਤੀਰਾਂ ਕੜੀਆਂ ਕਾਨਿਆਂ ਤੋਂ, ਸਰਕੜੇ ਚੋਂ ਨਿਕਲ ਆਏ, ਝਲਿਆਨੀਆਂ ਚੋਂ ਨਿਕਲ ਆਏ ਤੇ ਖੇਤਾਂ ਦੇ ਨਾਲ ਜੁੜੇ ਹੋਏ ਸੀ। ਜਦ ਕੋਠੀਆਂ ਪੈ ਗਈਆਂ, ਪ੍ਰਾਈਵੇਸੀ ਹੋ ਗਈ, ਵਾਸ਼ਰੂਮ ਘਰੇ ਲੱਗ ਹੋ ਗਏ, ਕਾਰਾਂ ਘਰੇ ਖੜ ਗਈਆਂ, ਸਾਈਕਲਾਂ ਦੀ ਜਗ੍ਹਾ ਸਕੂਟਰਾਂ ਦੀ ਜਗ੍ਹਾ ਕਾਰਾਂ, ਤੇ ਪੈਸੇ ਬੈਂਕ 'ਚ ਹੋ ਗਏ, ਜ਼ਮੀਨਾਂ ਜਿਹੜੀਆਂ ਬਟਾਈ ਤੇ ਜਾਂਦੀਆਂ ਕੁਛ ਵੀ ਨਾ ਉਹਦਾ ਮਿਲਦਾ, ਬਰਾਬਰੇ ਕਰਦੇ। ਤੇ ਹੁਣ ਤਾਂ ਠੇਕੇ ਠੂਕੇ ਵਾਲੀ ਕਹਾਣੀ ਨਾ, ਅੱਧ ਚੋਂ ਖਰਚੇ ਕੱਢ ਕੇ 10 ਕੁਇੰਟਲ ਹੋਈ, ਉਹ ਚੋਂ ਖਰਚੇ ਕੱਢ ਕੇ ਜਿੰਨੇ ਬਚੇ ਅੱਧੇ ਸਾਰੇ ਖਰਚੇ ਕੱਢ ਦਿੰਦੇ ਨੇ। ਤੇ ਜਦ ਪੈਸੇ 'ਚ ਹੋ ਗਏ ਪਿਛਲੇ ਮਤਲਬ 40 ਸਾਲ ਹੀ ਲਾ ਲਓ, 80 ਤੋਂ ਜਦ ਚੰਗੇ ਸਮੇਂ 'ਚ ਆ ਗਏ, ਪਰਦੇਸੀ ਹੋ ਗਏ, ਬਾਹਰ ਨੂੰ ਆ ਗਏ ਤੇ ਉੱਥੇ ਨੌਕਰੀਆਂ ਤੇ ਲੱਗ ਗਏ। ਕੋਈ ਮਿਲਟਰੀ 'ਚ, ਕੋਈ ਪੁਲਿਸ 'ਚ, ਕੋਈ SDO ਲੱਗ ਗਿਆ, ਕੋਈ ਡਾਕਟਰ ਲੱਗ ਗਿਆ, ਕੋਈ ਵਕੀਲ ਲੱਗ ਗਿਆ, ਸ਼ਹਿਰਾਂ 'ਚ ਨੂੰ ਤੁਰ ਪਏ। ਬਸ ਫੇਰ ਉਹ ਫੋਟੋਆਂ ਦੇ ਧੱਕੇ ਚੜ ਗਏ, ਜਿਹਦੇ ਚਾਲੇ ਵਾਲੇ ਇੱਕ ਪੱਗ ਵਾਲਾ ਸਰਦਾਰ ਜੀ ਦਿਖਾਇਆ, ਦੂਜੇ ਬੰਨੇ ਗੁੱਤ ਦਿਖਾਈ ਹੈ, ਗੱਭੇ ਇੱਕ ਮੁੰਡਾ ਤੇ ਕੁੜੀ ਦਿਖਾਇਆ। ਫੇਰ ਦੂਜੇ ਲੈਵਲ ਤੇ ਆ ਕੇ ਕਹਿੰਦੇ ਕੁੜੀ ਕਾਹਨੂੰ ਜੰਮਣੀ ਹੈ, ਟੈਸਟ ਕਰਾ ਲਓ। ਸਵੇਰੇ ਲੱਸੀ ਦਾ ਗੜ ਜੱਗ ਪੀ ਕੇ ਮੁੱਛਾਂ ਤੇ ਹੱਥ ਫੇਰ ਕੇ ਬੈਠਾ ਕਰੀ ਜਾਂਦਾ ਹੁੰਦਾ, ਟੈਸਟ ਕਰਾ ਲਓ ਟੈਸਟ। ਗਾਹਾਂ ਬੇਬੇ ਬੈਠੀ ਹੁੰਦੀ ਆ, ਪਿੱਪਲ ਪੱਤੀਆਂ ਪਾਈ ਲੰਮੀਆਂ, ਕੰਨਾਂ ਦੀਆਂ ਜਿਹੜੀਆਂ ਗਲੀਆਂ ਲੰਮੀਆਂ ਹੋ ਜਾਂਦੀਆਂ। ਉਹ ਕੋਈ ਚੰਗੀ ਚੀਜ਼ ਆਵੇ ਭਾਈ ਉਹਨੂੰ ਹੀ ਲਿਆਇਓ। ਚੰਗੀ ਦਾ ਮਤਲਬ ਮੁੰਡਾ ਹੀ ਹੋਵੇ। ਚੱਲ ਜਾਵੜ ਨਾਲ ਦੇ ਸ਼ਹਿਰ 'ਚ ਪਹੁੰਚ, ਉੱਥੇ ਦੇਖ, ਜੇ ਨਾ ਆਈ ਗੱਲ ਫਿਰ ਸੰਨੀਆਂ ਜਮੂਰ ਹੈਗੇ ਨੇ, ਦਵਾਈ ਦੇ ਕੇ ਤੇ ਫਿਰ ਕਰ ਦੇਣਾ ਕੰਮ। ਚਿੱਟਿਆਂ ਕੋਟਾਂ ਵਾਲੀਆਂ, ਚੌੜੇ ਘੇਰੇ ਵਾਲੀਆਂ ਨਰਸਾਂ ਫਿਰਦੀਆਂ, ਗੇੜੇ ਕੱਢਦੀਆਂ, ਬਿੰਦ ਲਾਉਂਦੀਆਂ, ਬੁੱਚੜ ਤੋਂ ਵੀ ਭੈੜੀਆਂ। ਖੂਹਾਂ ਦੇ ਖੂਹ ਭਰੂਣ ਨਾਲ ਭਰ ਗਏ ਮਾਨਸੇ ਦੇ ਏਰੀਏ ਦੇ ਵਿੱਚ, ਖੂਹਾਂ ਦੇ ਵਿੱਚੋਂ ਕੱਢੀਆਂ। ਜਿਹੜੇ ਪਿੰਡ ਦੇ ਕਿਸੇ ਡਾਕਟਰ ਦੇ ਨੇੜੇ ਕਲੀਨਿਕ ਦੇ ਖੂਹ ਸੀ, ਮੈਂ ਭੁੱਲ ਗਿਆ, ਉਹ ਖੂਹ ਦੇ ਵਿੱਚ ਸਿੱਟੀ ਜਾਂਦਾ ਬੱਚੇ ਜਿਹੜੇ ਅਣਜੰਮੇ ਸੀ। ਤੋ ਇਹ ਇੱਕ ਏਰੀਆ ਨਹੀਂ, ਸਾਰੇ ਪੰਜਾਬ 'ਚ ਇਹੀ ਹਾਲ ਰਿਹਾ। ਮਤਲਬ ਇੱਕ ਤਾਂ ਡਾਕਟਰ ਦੀ ਮੈਂ ਗੱਲ ਇੱਕ ਦੀ ਸੁਣਾਉਣਾ, ਗਿਣਤੀ ਘਟ ਗਈ। ਅੱਛਾ ਹੁਣ ਸਿਆਣੇ ਬੰਦੇ ਜਿਹਦਾ ਇੱਕ ਜਵਾਕ ਹੈ, ਜਿਹੜਾ ਤੜਫਦਾ 11 ਵਜ ਕੇ ਆਇਆ ਨਹੀਂ, ਹੁਣ ਚਲੇ ਗਿਆ, ਹੁਣ ਕਿੱਥੇ ਹੈ, ਤੇ ਉਹਦੇ ਜੇ ਘਰ 'ਚ 2 ਹੋਰ ਬੈਠੇ ਹੁੰਦੇ, ਉਹ ਕਹਿੰਦੇ ਦੇਖੋ ਕਿੱਥੇ ਆ, ਉਹ ਲਿਆਓ ਫੜ ਕੇ ਉਹਨੂੰ। ਹੁਣ ਤੜਫਦਾ ਉਹਦੇ ਆਲੇ ਦੁਆਲੇ ਤੁਰਿਆ ਫਿਰਦਾ। ਜੇ ਪੁੱਛੋ ਜਵਾਕ, ਉਹ ਕਹਿੰਦਾ ਬਸ ਯਾਰ, ਫਿਰ ਕਹਿਤਾ ਬਸ ਇੱਕੋ ਹੀ ਆ। ਘਰ ਵਾਲੇ ਵੀ ਕਹਿੰਦੇ ਇੱਕੋ ਹੀ ਹੈ। ਠੀਕ ਹੈ, ਬਾਡੀ ਜੀ ਖਰਾਬ ਹੋ ਜਾਂਦੀ ਹੈ, ਕਹਿੰਦੀ ਇਹਨੇ ਬਾਡੀ ਕਹਿੰਦੇ ਨੇ ਨਾਲੇ। ਫਿਰ ਵਿੱਚ ਛੱਡੋ, ਇੱਕੋ ਹੀ ਪਾਲਦੀ ਹੈ, ਵਧੀਆ ਪੜ੍ਹਾ ਦਿਓ ਇਹਨੂੰ। ਜਿਵੇਂ ਦੂਜੇ ਲਈ ਪੜ੍ਹਾਉਣ ਲਈ, ਜਿਵੇਂ ਪਹਿਲੇ ਲਈ ਬਹੁਤ ਐਵਰੈਸਟ ਤੇ ਚੜ੍ਹ ਕੇ ਇਨਾਮ ਲੈਣਾ, ਵੀ ਦੂਜੇ ਲਈ ਵੀ ਚੜ੍ਹਨਾ ਪਊ। ਜਿੱਥੇ ਪਹਿਲਾ ਪੜ੍ਹਿਆ ਉੱਥੇ ਦੂਜਾ ਪੜ੍ਹ ਜੂ। ਜਿੱਥੇ 6 ਪੜ੍ਹਦੇ ਸੀ ਉਦੋਂ ਝੱਗੇ 4 ਹੁੰਦੇ ਸੀ, ਇੱਕ ਲਾਉਂਦਾ ਦੂਜਾ ਪਾ ਲੈਂਦਾ। ਬਾਹਰ ਅੰਦਰ ਵਾਲੀਆਂ 4 ਜੋੜੇ ਹੁੰਦੇ, ਪੱਗਾਂ 4 ਹੁੰਦੀਆਂ। ਬਸ ਜਿਉਂ ਅਮੀਰੀ 'ਚ ਹੋਏ, ਬਸ 1 2 ਹਮ 2 ਹਮਾਰਾ 1, ਇੱਥੇ ਆ ਗਏ। ਬਸ ਉਹ ਯਾਦ ਆਉਂਦੇ ਨੇ। ਹੁਣ ਵੱਡੇ ਵੱਡੇ ਬੋਰਡ ਸ਼ਹਿਰ 'ਚ ਵੜਦੇ ਆ, ਦਰਾਹੇ ਲੱਗੇ, ਖੰਨੇ ਲੱਗੇ, ਲੁਧਿਆਣੇ ਲੱਗੇ, ਬੱਸ ਦੇ ਵਿੱਚ ਉੱਥੇ ਨਿਗਾਹ ਜਾਂਦੀ, ਹਮ 2 ਹਮਾਰੇ 2। ਚੱਕਤਾ ਕੰਮ। ਜਿਹੜੀ ਕੌਮ 'ਚ ਜਵਾਨੀ ਮੁੱਕ ਗਈ, ਜਿਹੜੇ ਰਹਿੰਦੇ ਖੂਹਦੇ ਸੀ ਉਹਨਾਂ ਨੇ ਬੈਗ ਚੱਕਿਆ, ਇੱਥੇ ਆ ਬੜੇ। ਜਿਹੜੀ ਇਹ ਗਿਣਤੀ ਘਟਾਈ ਹੈ, ਘੱਟੋ ਘੱਟ 2 ਜਵਾਕ ਵੀ ਨਾ ਅਸੀਂ ਅਫੋਰਡ ਕਰ ਸਕੇ, ਜਾਵਾਂ ਕਿੱਧਰ ਨੂੰ? ਕਿਹੜੀ ਕੌਮ ਤੇ ਕਿਹੜੇ ਵੱਧ ਅਧਿਕਾਰਾਂ ਦੀ ਗੱਲ ਕਰਾਂਗੇ ਜੇ ਆਉਣ ਵਾਲੀ ਪੀੜ੍ਹੀ ਉਹ ਨਾ ਰਹੀ ਤੁਹਾਡੀ ਉੱਥੇ ਕੀ ਦੁਨੀਆ 'ਚ ਵੀ ਕਿਤੇ ਚਲੋ, ਜਾਂ ਉੱਥੇ ਕੋ ਹੋਊ ਵਾਪਸ ਚਲੇ ਜਾਣਗੇ, ਪਰ ਜੇ ਗਿਣਤੀ ਉਹ ਨਾ ਹੋਈ ਕੀ ਕਰੋਗੇ? ਜਿਨ੍ਹਾਂ ਨੇ ਹੁਣ ਇੱਕ ਜੰਮਿਆ ਉਹ ਕਹਿੰਦੇ ਨਾ ਕੁਆਲਿਟੀ ਕੁਆਂਟਿਟੀ ਦਾ ਗੱਲ ਹੈ, ਇਹਨੂੰ ਬੱਚੇ ਨੂੰ ਵਧੀਆ ਇਹਦੀ ਅਸੀਂ ਅਪ ਬ੍ਰਿੰਗਿੰਗ ਕਰਨੀ ਹੈ। ਸੋ ਅਪ ਬ੍ਰਿੰਗਿੰਗ ਦੇ ਲਈ ਫਿਰ ਸਾਨੂੰ ਇੱਕੇ ਜਵਾਕ ਸੀ, ਇਹਨੂੰ ਪੜ੍ਹਾਵਾਂਗੇ ਵਧੀਆ, ਗੌਰਮੈਂਟ ਪੜ੍ਹਾਵਾਂਗੇ, ਪ੍ਰਾਈਵੇਟ ਕਰਾਵਾਂਗੇ। ਕੀ ਕਰਨੇ ਨੇ 2 ਜਵਾਕ? ਇਹਦਾ ਮਤਲਬ ਪਹਿਲਾਂ
ਮੈਂ ਕਿਹਾ ਬਾਬੇ ਜਿਹੜੇ 5-6 ਸੀ ਉਹ ਕਹਿੰਦੇ ਜਦ ਫਿਰ ਪਰਿਵਾਰ ਨਿਯੋਜਨ ਵਾਲੀਆਂ ਚੀਜ਼ਾਂ ਨਹੀਂ ਸੀ ਨਾ ਹੁੰਦੀਆਂ ਤਾਂ ਨਹੀਂ ਸੀ ਪਤਾ ਲੱਗਦਾ। ਹੁਣ ਪਰਿਵਾਰ ਨਿਯੋਜਨ ਵਾਲੀਆਂ ਚੀਜ਼ਾਂ ਨੇ ਸਾਡੇ ਕੋਲ। ਹੁਣ ਆਹ ਜਵਾਬ ਨੇ, ਇਹ ਉਹ ਨੇ ਜਿਹੜੇ ਪੈਸੇ ਦੀ ਮੋਹ ਮਾਇਆ ਸੋਨੇ ਦੇ ਆਲੇ ਦੁਆਲੇ। ਇਹ ਤਾਂ ਗੱਲ ਆ ਵੀ ਕੌਮੀਅਤ ਦਾ ਜਿਹੜੀ ਗੱਲ ਹੈ ਉਸ ਨੂੰ ਆ ਕਹਾਣੀ। ਜਿਹੜੇ ਉਸ ਤੋਂ ਬਾਅਦ ਉਹ ਕਹਿੰਦੇ ਆਪਾਂ ਅਮੀਰ ਹੋ ਗਏ, ਸਿੰਘ ਕੌਰ ਦੇ ਵਿੱਚੋਂ ਚੱਕੋ ਤੁਸੀਂ, ਬਸ ਬਣਾ ਲਾ ਜਸਵੀਰ ਤੋਂ ਜੈਸ, ਹਰਜੀਤ ਤੋਂ ਹੈਰੀ, ਗੁਰਮੁਖ ਤੋਂ ਗਹਿਰੀ, ਚੱਕ ਦੇ ਬਸ ਦਲਜੀਤ ਤੋਂ ਡੈਲ, ਵਿੱਚੋਂ ਡੈਲੋ ਚੱਕ ਦੇ, ਗਿੱਲ ਤੇ ਸਿੰਘ ਵਿੱਚੋਂ ਢਿੱਲੋਂ ਵੀ ਲਿਖਣਾ ਤਾਂ ਪਹਿਲਾਂ ਡਿਲਨ ਲਿਖਣਾ ਕਿ ਹੁਣ ਡੈਲੋ, DELLO ਚੱਕ। ਬਰਾੜ ਦਾ BRIAR ਲਿਖਣ ਲੱਗ ਜਾਓ, ਟੂਰ ਦਾ TURRE ਲਿਖਣ ਲੱਗ ਜਾਓ, ਟੂਰ TWO ਟੂਰ ਨਾ ਲਿਖੋ। ਗਿੱਲ ਨੇ ਗਿਲਸਨ ਬਣਾਤਾ, ਚੱਲ, ਜਾਂ ਇੱਕ L ਚੱਕਤੀ। ਝੱਜ, ਇੱਕ ਕੁੜੀ ਫਿਟਨੈਸ ਆਉਂਦੀ ਹੁੰਦੀ ਹੈ TV ਤੇ, ਉਹ JAZ ਲਿਖਣ ਲੱਗ, ਜੈਸ ਚੱਕ। ਮਤਲਬ ਖੜਨਾ ਕਿੱਥੋਂ ਹੈ? ਇੱਕ ਬੰਨੇ ਉਹਨਾਂ ਧਰਤਾਂ ਤੇ ਸੀਸ ਦੇ ਰਹੇ ਨੇ, ਦੂਜੇ ਬੰਨੇ ਇੱਥੇ ਕੌਮ ਖੜੀ ਆ। ਮੈਨੂੰ ਤਾਂ ਪਤਾ ਨਹੀਂ ਕਦ ਬੈਲੈਂਸ ਹੋਊਗਾ ਇਹ ਕੰਮ। ਜਿਹੜੇ ਪਰਦੇਸੀ ਬਸ ਗਏ ਆ ਕੇ, ਖਾਲਸਾ ਜੀ ਜਿਹਨੂੰ ਪਰਦੇਸੀ ਖਾਲਸਾ ਕਹਿੰਦੇ ਸੰਘਰਸ਼ ਚੋਂ ਬਾਅਦ, ਉਹ ਰਲ ਜਾਣੀਆਂ ਕਹਾਣੀ ਮਿੱਤਰਾ। ਇੱਥੋਂ ਕਿਹਨੇ ਉੱਥੇ ਜਾ ਕੇ ਗੱਲਾਂ ਕਰਨੀਆਂ ਨੇ? ਕਿਸੇ ਨੇ ਨਹੀਂ ਜਾਣਾ। ਮਾੜਾ ਹੋਵੇ ਚੰਗਾ ਹੋਵੇ, ਗੱਲ ਖੁਰ ਜਾਣੀ ਹੈ। ਇੱਥੇ ਬਹਿ ਕੇ ਅਸੀਂ ਕਰੀ ਚਲਾਂਗੇ ਗੱਲਾਂ ਜਿੰਨੀਆਂ ਮਰਜ਼ੀਆਂ ਇੱਥੇ ਵਾਲੀਆਂ, ਪਰ ਇੱਥੇ ਹੀ ਰਹਿ ਜਾਣੀਆਂ ਨੇ। ਇਹਨਾਂ ਨੇ ਉੱਥੇ ਕੋਈ ਕੁਛ ਨਹੀਂ ਕਰਨਾ। ਜੇ ਚੇੜੀ ਦੇਣੀ ਹੈ ਨਾ, ਚੇੜੀ ਚੌਲ ਲਾਏ ਨੇ, ਚੇੜੀ ਹੁੰਦੇ ਜਾਂ ਬੱਟਾਂ ਨੂੰ ਦਿੰਨੇ ਆ ਥੱਲਿਓਂ ਗਾਰਾ ਚੱਕ ਕੇ ਜੜਾਂ ਚ। ਚੇੜੀ ਜੇ ਦੇਣੀ ਆ ਮਿੱਤਰਾ, ਗਾਰੇ ਚ ਬਣਨਾ ਪੈਣਾ। ਜੇ ਕਹੇ ਵੀ ਗਾਰਾ ਵੀ ਨਾ ਲੱਤਾਂ ਨੂੰ ਖੁੱਚਣ ਲੱਗੇ ਤੇ ਚੇੜੀ ਵੀ ਦੇ ਦਿਆਂ, ਇਸ ਤਰ੍ਹਾਂ ਚੇੜੀ ਨਹੀਂ ਦੇ, ਤੇ ਬੱਟਾਂ ਖੁਰ ਜਾਣਗੀਆਂ। ਸੰਦੀਪ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਗਿਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਤੁਸੀਂ ਗੱਲ ਵੈਸੇ ਉਹ ਕਵਰ ਹੀ ਕਰ ਲਈ। ਮੈਂ ਵੀ ਉਹੀ ਕਹਿਣਾ ਚਾਹੁੰਦਾ ਸੀ, ਇਹ ਨਾ ਜਿਹੜੀਆਂ ਜਿਹਦੇ ਘਰ ਮੁੰਡਾ ਹੋ ਗਿਆ, ਦੇਖੋ ਉਹ ਤਾਂ ਉਹਨੂੰ ਤਾਂ ਸਰਟੀਫਿਕੇਟ ਮਿਲ ਗਿਆ ਵੀ ਤੁਸੀਂ ਹੋਰ ਬੱਚੇ ਨਹੀਂ ਪੈਦਾ ਕਰਨੇ। ਪੰਜਾਬ 'ਚ ਵੀ ਇੱਥੇ ਵੀ ਇੱਥੇ ਦਾ ਹਾਲਾਂਕਿ ਤੁਹਾਨੂੰ ਖਰਚਾ ਕੋਈ ਨਹੀਂ, ਫ੍ਰੀ ਸਕੂਲ ਦਾ, ਸਿਕਿਉਰਿਟੀ ਕਹਿ ਦਈਏ ਧੀਆਂ ਦੀ, ਚਲੋ ਉੱਥੇ ਆ, ਇੱਥੇ ਦਾ ਕੋਈ ਚੱਕਰ ਨਹੀਂ ਹੈ। ਸੋ ਦੋਨੇ ਪਾਸੇ ਤੇ ਧੀਆਂ ਪਤਾ ਨਹੀਂ ਕਿਉਂ ਕਿੰਨੀਆਂ ਮਰੀਆਂ, ਕਿੰਨੀਆਂ ਉੱਥੇ ਵਿਚਾਰੀਆਂ ਖੂਹ ਖਾਤੇ ਪਈਆਂ ਹਨ। ਤੇ ਕੈਨੇਡਾ ਨੂੰ ਆਉਣ ਵਾਲੀ ਸੜਕ ਵੀ ਧੀਆਂ ਨੇ ਬਣਾਈ ਆ। ਬਹੁਤੇ ਇਹ ਬੁੜੀਆਂ ਕਹਿਣਗੀਆਂ ਵੀ, ਤੇ ਅੱਜ ਜੇ ਕਿਸੇ ਦੇ ਘਰ ਧੀ ਜੰਮ ਪਏ ਨਾ ਕਿਤੇ, ਉਹਨੂੰ ਵਧਾਈਆਂ ਵੀ ਨਾ ਉਸ ਤਰੀਕੇ ਨਹੀਂ ਦਿੱਤੀਆਂ ਜਾਂਦੀਆਂ ਵੀ ਉਹਨੂੰ ਇੱਕ ਵਿਚਾਰਾ ਸਮਾਜ ਦੇ ਵਿੱਚ ਉਹਨੂੰ ਵਿਚਾਰਾ ਬਣਾ ਦਿੱਤਾ ਜਾਂਦਾ। ਲੈ ਗੱਲ ਚੱਲ ਕੋਈ ਨਾ ਭਾਈ, ਗਾਹਾਂ ਨੂੰ ਸੁਣੋ। ਸੋ ਇਹ ਚੀਜ਼ਾਂ ਸਮਾਜ ਦੇ ਵਿੱਚ ਇਹ ਐਡਾ ਕੁ ਕੋੜ ਆ। ਇਹ ਵੀ ਖਾਧਾ। ਦੂਜਾ, ਅਸੀਂ ਜਿੰਨੇ ਅਮੀਰ ਤਾਂ ਨਹੀਂ ਮੈਂ ਕਹਿੰਦਾ, ਅਸੀਂ ਥੋੜਾ ਜਿਹਾ ਪੱਧਰ ਉੱਚਾ ਹੋ ਗਿਆ। ਪਹਿਲਾਂ ਬਾਬੇ ਹੋਣੀ ਵਧੀਆ ਜਿਉਂਦੇ ਸੀ, ਉਹ ਤਾਂ ਜਿਉਂਦੇ ਸੀ, ਰੱਬ ਤੋਂ ਡਰਦੇ ਸੀ ਸੀਗੇ, ਧੀਆਂ ਨੂੰ ਮਾਰਦੇ ਸੀ ਕੋਈ ਸੀ, ਪਰ ਹਰ ਇੱਕ ਨਹੀਂ। ਰੱਬ ਦਾ ਡਰ ਬੜਾ ਸੀ। ਰੱਬ ਦਾ ਕੀ ਸਮਝਦੇ ਸੀ? ਆਪੇ ਹੀ ਪਲ ਗਏ। ਆਪਾਂ ਕਿਤੇ ਪਲੇ ਨਹੀਂ। ਕਿਹੜੀ ਫਿਊਚਰ ਪਲਾਨਿੰਗ ਹੁੰਦੀ ਸੀ? ਮੇਰਾ ਪੁੱਤ ਐ ਬਣੂ, ਉਹ ਬਣੂ, ਕੋਈ ਪਤਾ ਹੀ ਨਹੀਂ ਹੋਣਾ। ਮੈਂ ਕਹਿੰਦਾ ਬਾਪੂ ਉਹਨਾਂ ਨੂੰ ਮੈਂ ਕਿਹੜੀ ਕਲਾਸ 'ਚ ਪੜ੍ਹਨਾ, ਪੜ੍ਹ ਵੀ ਗਏ, ਮਾਸਟਰਸ ਕੀਤੀਆਂ ਨੇ। ਉਦੋਂ ਹਾਂਜੀ, ਇੱਕ ਮੈਂ ਤੁਹਾਡਾ ਹੋਰ ਧਿਆਨ ਦਿਵਾਉਣਾ ਚਾਹੁੰਦਾ ਇੱਕ ਗੱਲ ਵੱਲ। ਮਹਿਸੂਸ ਦੇਖਣਾ ਹੈ ਤਾਂ ਛੋਟੀ ਗੱਲ ਆ, ਚਲੋ ਜਿਹਨੇ ਨਹੀਂ ਦੇਖਣਾ ਹੁੰਦਾ। ਇੱਕ ਮੂਵੀ ਜਿਹੜੀਆਂ ਅੱਜ ਕੱਲ੍ਹ ਆ ਰਹੀਆਂ ਨੇ ਹਿੰਦੀ, ਉਹਨਾਂ ਦੇ ਵਿੱਚ ਟੈਰਰਿਸਟ ਦਿਖਾਉਣਗੇ। ਕੱਲਾ ਪੰਜਾਬ ਇੱਧਰਲਾ ਨਹੀਂ, ਉਧਰਲਾ ਵੀ ਬਦਨਾਮ ਕੀਤਾ ਯਾਰ। ਉਹ ਸਾਰੇ ਪੰਜਾਬੀ ਬੋਲਦੇ ਟੈਰਰਿਸਟ ਨੇ। ਤੁਸੀਂ ਮੂਵੀ, ਈਵਨ ਵੈਬ ਸੀਰੀਅਲ ਵੇਖ ਕੇ ਦੇਖਿਓ, ਉਹਨਾਂ ਦੇ ਵਿੱਚ ਜਿਵੇਂ ਹੁਣ ਕਾਰਗਿਲ ਤੇ ਨਵੀਂ ਮੂਵੀ ਬਣਾਈ ਆ ਇਹਨਾਂ ਨੇ। ਸਾਡੇ ਸਿੰਘ ਵਿੱਚੋਂ ਸਾਡੇ ਕਿਹੜਾ ਨਹੀਂ ਲੜੇ, ਅਸੀਂ ਕਿੰਨੇ ਲੜੇ ਨੇ। ਮੈਂ ਪਟਿਆਲੇ ਸੀ ਉਸ ਟਾਈਮ, ਮੈਂ ਦੇਖਿਆ ਸੀ ਉਦੋਂ ਵੀ ਸਾਡੇ ਵਾਲੇ ਮੁੰਡੇ ਹੱਸ ਕੇ ਜਾਂਦੇ ਹੁੰਦੇ ਸੀ। ਤੇ ਉਹ ਜਿਹੜੇ ਇਹ ਜਾਂਦੇ ਸੀ ਯੂਪੀ ਬਿਹਾਰ ਵਾਲੇ, ਉੱਥੇ ਜਿਹੜਾ ਕੈਂਟ ਆ ਜੀ, ਉੱਥੋਂ ਇਹਨਾਂ ਨੇ ਘਰਾਂ ਨੂੰ ਫੋਨ ਕਰਨਾ ਹੀ ਰੋਂਦਾ ਹੋਣਾ ਤੇ ਸਾਡੇ ਵਾਲੇ ਹੱਸ ਗਏ। ਤੇ ਸਾਡੇ ਵਾਲੇ ਦੀਆਂ ਜਿੰਨੇ ਬਰਮੇ, ਚਲੋ ਖੈਰ ਆ ਵੀ ਆਪਣੇ ਪੰਜਾਬ ਵਾਲੇ ਦਾ ਭਰਾ ਹੀ ਨੇ, ਮੈਂ ਉਹਨਾਂ ਨੂੰ ਨਹੀਂ ਕਹਿੰਦਾ। ਪੰਜਾਬੀ ਨੂੰ ਬਦਨਾਮ, ਉਹ ਪੰਜਾਬੀ ਬੋਲਦੇ ਨੇ ਹਿੰਦੀ ਮੂਵੀ ਦੇ ਵਿੱਚ, ਪੰਜਾਬੀ ਬੋਲਦੇ ਪਾਕਿਸਤਾਨੀ ਮੁੰਡੇ ਦਿਖਾਏ ਜਾਂਦੇ ਨੇ। ਕੀ ਪਾਕਿਸਤਾਨ ਦੇ ਵਿੱਚ ਪੰਜਾਬ ਦੀ ਟੈਰਰਿਸਟ ਨੇ? ਕਿੱਡੀ ਇਹ ਇਹਨਾਂ ਦੀ ਘਿਨਾਉਣੀ। ਮੈਨੂੰ ਐ ਲੱਗਦਾ ਵੀ ਕਾਲੀ ਕਾਲੀ ਨਾ, ਜਿਵੇਂ ਫਟਾਫਟ ਵੀ ਅਸੀਂ ਸਵਾਰ ਦੀ ਇਹਨੇ ਸਵਰਨਾ ਕੁਛ ਨਹੀਂ, ਟਿਕਣ ਦਾ ਬੜਾ ਕੁਛ ਇਹਦੇ ਵਿੱਚ। ਥੈਂਕ ਯੂ ਵੀਰ ਜੀ। ਇੱਕ ਹੋਰ ਜਿਹੜੀ ਜਵਾਕਾਂ ਵਾਲੀ ਗੱਲ ਕੀਤੀ ਹੈ, ਤੁਸੀਂ ਦੇਖਿਓ ਹੁਣ, ਦੇਖ 10 ਸਾਲ 8 ਕਿਲੋ 10, ਰੱਬ ਸੁੱਖ ਰੱਖੇ, ਰੱਬ ਜਾਨ ਦਵੇ।
ਅੱਜ ਤੋਂ 10 ਸਾਲ ਨੂੰ 2031 ਨੂੰ ਡੈਮੋਗ੍ਰਾਫਿਕ ਦੇਖਿਓ ਯੂਰਪ ਦੀ ਤੇ ਤੁਹਾਡੇ ਦੇਸ਼, ਫਿਰ ਪਤਾ ਲੱਗੂ ਗਿਣਤੀ ਦਾ ਮਤਲਬ ਕੀ ਹੁੰਦਾ, ਧੀਆਂ ਪੁੱਤਾਂ ਦਾ ਮਤਲਬ ਕੀ ਹੁੰਦਾ। ਅੱਜ ਜਿੱਥੇ ਫਿਰਦੇ ਆ ਨਾ ਗੇੜੇ ਜੇ ਕੱਢਦੇ ਤੁਸੀਂ ਵੀ ਇੱਥੇ MP ਤੇ MLA, ਹਲੇ ਤਾਂ ਜੁਗਾੜ ਸੈੱਟ ਨਹੀਂ ਆਇਆ। ਤੁਸੀਂ ਮਾੜਾ ਜਿਹਾ ਅਟਕੋ 10 ਸਾਲ, ਫਿਰ ਤੁਹਾਨੂੰ ਦੱਸਣਗੇ MLA ਤੇ MP ਜਿਹੜੇ ਸੁੱਥਣਾ ਪਾ ਕੇ ਸਲਵਾਰਾਂ ਪਾ ਕੇ ਦਿਖਾਉਂਦੇ ਆ ਨਾ ਵੀ ਅਸੀਂ ਪਾਕਿਸਤਾਨ ਦੇ ਬਣ ਗਏ, ਉਹਨੂੰ ਦੱਸਣਗੇ, ਪਤਾ ਲੱਗੂਗਾ ਵੀ MLA MP ਕੌਣ ਬਣਾਉਂਦੇ ਨੇ, ਗਿਣਤੀ ਕੀ ਹੈ, ਕੌਮ ਦੀ ਗਿਣਤੀ ਕੀ ਹੈ ਤੇ ਧੀਆਂ ਪੁੱਤ ਕੀ ਹੁੰਦੇ ਨੇ। ਇੱਥੇ ਤਾਂ ਜਿਵੇਂ ਦੱਸ ਕੇ ਗਏ ਨੇ ਬਾਈ ਜੀ, ਇੱਥੇ ਕਾਹਦੀ ਤੰਗੀ ਹੈ। ਹੁਣ ਤਾਂ 600-700 ਦਿੰਦਾ ਟਰੂਡੋ ਇੱਕ ਜਵਾਕ ਦਾ, 700 ਮੈਕਸੀਮਮ ਹੈ। ਜਿਹਦੇ 5 ਜਵਾਕ ਨੇ ਤੇ ਘੱਟ ਕਮਾਈ ਕਰਦਾ, ਡਾਲਰ 3500 ਹੈ ਮਹੀਨੇ ਦਾ। 3500 ਜਵਾਕ ਤੇ ਖਰਚਦੇ, ਕਿਹੜਾ ਖਰਚਦਾ ਇੱਥੇ। ਘਰ ਦੇ ਵਿੱਚ ਗਰੋਸਰੀ ਜਿਹੜੀ ਆਉਂਦੀ ਆ ਉਹੀ ਖਾਂਦੇ ਨੇ। 600-700 ਹੈ ਜਿਹਦੀ ਕੋਈ 25-28 ਹਜ਼ਾਰ ਇਨਕਮ। ਇੱਥੇ ਬੱਚਾ ਬੜਾ ਕਰਨਾ ਕੀ ਔਖਾ। ਅਸੀਂ ਲੈਂਦੇ ਨਹੀਂ ਰਹੇ ਚਾਈਲਡ ਟੈਕਸ ਬੈਨੀਫਿਟ। ਕਿਹੜਾ ਬੰਦਾ ਜਿਹਨੇ ਨਹੀਂ ਲਏ। ਪਰ ਇੱਥੇ ਵੀ ਸਾਨੂੰ ਸਾਡਾ ਤਾਂ ਚੱਕਰ ਬਹੁਤ ਹੈ ਨਾ, ਫਿਗਰਾਂ ਦਾ ਰੌਲਾ ਹੈ, ਸਰੀਰ ਦਾ ਰੌਲਾ ਹੈ ਤੇ ਪਤਾ ਹੀ ਨਹੀਂ। ਬੱਚੇ ਅਪ ਬ੍ਰਿੰਗਿੰਗ, ਇੱਕ ਸ਼ਬਦ ਬਹੁਤ ਵਧੀਆ ਲੱਗਾ, ਅਪ ਬ੍ਰਿੰਗਿੰਗ ਬਹੁਤ ਔਖੀ ਹੈ ਬੱਚੇ। ਕਈ ਕਹਿੰਦੀਆਂ ਨੇ ਬੀਬੀਆਂ ਜਵਾਕ 3-4 ਉੱਪਰੋਂ ਥਲੀ ਦੇ ਕਮਲਾ ਕਰ ਲੈਂਦੇ ਨੇ। ਹੁਣ ਜਦੋਂ ਭਗਵਾਨ ਦੀ ਕਿਰਪਾ ਹੈ ਆ ਗਏ, ਹੁਣ ਉਹਨਾਂ ਨੂੰ ਕੀ ਕਰਨਾ। ਲਿਆਂ ਕੇ ਕਿਸੇ ਨੇ ਵਿਹੜੇ ਤਾਂ ਨਹੀਂ ਸਿੱਟੇ, ਜੰਮੇ ਨੇ ਤੁਸੀਂ। ਜਵਾਕ ਪਲ ਜਾਂਦੇ ਨੇ, ਜਵਾਕ 5-7 ਸਾਲ ਦੇ ਘਰ ਦੇ ਟੱਬਰ ਜੀ ਹੋਣ ਪਲ ਜਾਂਦੇ, ਘੱਟੋ ਘੱਟ 2 ਤਾਂ ਜਵਾਕ ਹੋਣ ਸੜਕ ਦੇ। ਚਲੋ ਇੱਥੇ ਇੱਕ ਵਾਲੇ ਚੱਕਰ 'ਚ ਕਿਹਨੇ ਪਾਤਾ ਸਾਨੂੰ। ਪਹਿਲੀ ਤਾਂ ਗੱਲ 10 ਸਾਲ ਪਲਾਨ ਕਰਦੇ ਵੇ ਵੀ 40 ਸਾਲ ਜੰਮਦੇ ਜਾ ਕੇ ਪਲਾਨ ਹੋਣ ਲੱਗ ਗਏ। ਬਸ ਇਹੀ ਕਤਿੱਤਾਂ ਨੇ, ਇਹਨਾਂ ਨੇ ਕੀਤਾ ਕੰਮ। ਫਿਰ ਮਰਦਮਸ਼ੁਮਾਰੀ ਹੋਣੀ ਆ 2021 ਦੀ, ਆ ਜਾਣਗੇ ਅੰਕੜੇ। ਅਟਕੋ ਆਹ ਮਤਲਬ ਤਿਆਰੀ ਆ ਉੱਥੇ। ਕਮਲਜੀਤ ਸਿੰਘ ਜੀ ਲਾਈਨ ਨੰਬਰ 2। ਹੈਲੋ ਹਾਂਜੀ ਹੈਲੋ ਹਾਂਜੀ, ਮੈਂ ਕਿਹਾ ਜੀ ਜਿਹੜਾ ਤੁਸੀਂ ਆ ਦੱਸਿਆ ਜੀ ਨਾਅਰੇ ਦਾ, ਇਹ ਪਹਿਲਾਂ ਕਿਸੇ ਨੇ ਅੱਜ ਤੱਕ, ਆਪਾਂ ਵੀ ਸਾਰੇ ਪੰਜਾਬ ਚੋਂ ਹੀ ਆ, ਕਿਸੇ ਨੇ ਇਹਦੇ ਬਾਰੇ ਸੋਚਿਆ ਹੀ ਨਹੀਂ ਸੀ ਵੀ ਇਹ ਹੈ ਕੀ ਚੀਜ਼ ਆ। ਇਹ ਦੇਖੋ ਪੰਜਾਬ 'ਚ ਲਾਗੂ ਕਰਤਾ, ਦੂਜੇ ਕਿਸੇ ਸੂਬੇ ਦੇ ਵਿੱਚ ਲਾਗੂ ਹੋਇਆ, ਪੰਜਾਬ ਹਰਿਆਣੇ 'ਚ ਲਾਗੂ ਹੋਇਆ। ਜਿੱਥੇ ਕਿ ਜਨਸੰਖਿਆ ਜ਼ਿਆਦਾ, ਆਪਾਂ ਚਲੋ ਕਿਸੇ ਸੂਬੇ ਦਾ ਨਾਂ ਨਹੀਂ ਲੈਣਾ ਚਾਹੁੰਦੇ, ਉੱਥੇ ਦੇਖੋ ਉਹਨਾਂ ਦੇ 8-8, 10-10 ਜਵਾਕ ਆ, ਉਹਨਾਂ ਦੇ ਰਹਿਣ ਲਈ ਵੀ ਜਗ੍ਹਾ ਹੈ ਨਹੀਂ ਗੀ। ਤੇ ਅੱਜ ਉਹ ਚੀਜ਼ਾਂ ਦਾ ਅਹਿਸਾਸ ਹੁੰਦਾ ਵੀ ਵਾਕਿਆ ਹੀ ਇਹ ਚੀਜ਼ਾਂ ਭਰਮਾਉਣ ਲਈ ਸੀ। ਹੁਣ ਇੱਥੋਂ ਦੀ ਜਨਰੇਸ਼ਨ ਦੀ ਗੱਲ ਕਰ ਲਓ, ਉਹ 30 ਸਾਲ ਤੱਕ ਤਾਂ ਪਹਿਲਾਂ ਵਿਆਹ ਹੀ ਨਹੀਂ ਕਰਾਉਂਦੇ, ਕਹਿੰਦੇ ਅਸੀਂ ਅਜੇ ਸੈਟੀਸਫਾਈ ਨਹੀਂ ਹੋਏ ਜੇ। ਉਸ ਤੋਂ ਬਾਅਦ ਤੁਹਾਡੇ ਕਹਿਣਗੇ 10 ਸਾਲ ਪਲੈਨਿੰਗ ਕਰਦੇ ਲਾ ਦਿੰਦੇ ਆ। ਜਿਹੜਾ ਬੱਚਾ ਅੱਜ ਇੱਥੇ 40 ਸਾਲ ਦਾ, ਜਦੋਂ ਉਹਦਾ ਜਵਾਕ 15 ਸਾਲ ਦਾ ਹੋਊਗਾ, ਉਹ ਕਿੱਦਾਂ ਉਹਨੂੰ ਫੜ ਕੇ ਆਪਦੀ ਗ੍ਰੈਜੂਏਸ਼ਨ ਸਕੂਲ ਦੀ, ਆਪਦੇ ਜਿੱਦੇ ਉਹਨੇ ਗ੍ਰੇਡ 12 ਚੋਂ ਗ੍ਰੈਜੂਏਟ ਹੋਣਾ, ਕਿੱਦੇ ਉਹ ਆਪਦੇ ਮਾਂ ਪਿਓ ਨੂੰ ਕਿੱਦਾਂ ਲੈ ਜਾਊਗਾ। ਕਿਉਂਕਿ ਉਦੋਂ ਉਹਨੇ ਕਹਿਣਾ ਯੂ ਆਰ ਬੀ ਟੂ ਓਲਡ, ਕਿਉਂਕਿ ਉਦੋਂ ਤਾਂ ਉਹ 65 ਸਾਲ ਦਾ ਹੋਇਆ ਹੋਣਾ, ਉਹਨੂੰ ਕਿੱਥੋਂ ਲੈ ਕੇ ਜਾਊਗਾ ਉਹ ਜਵਾਕ। ਇਹ ਜਵਾਕ ਫਿਊਚਰ ਬਾਰੇ ਨਹੀਂ ਸੋਚੇ, ਸਿਰਫ ਆਪਦੇ ਅੱਜ ਬਾਰੇ ਸੋਚ ਰਹੇ ਆ। ਥੈਂਕ ਯੂ ਜੀ। ਹਰਪਾਲ ਸਿੰਘ ਜੀ। ਗਿੱਲ ਸਾਹਿਬ ਬਹੁਤ ਸੋਹਣੀ ਭਾਈ ਸਾਹਿਬ ਗੱਲ ਕਰਕੇ, ਤੁਸੀਂ ਬੜੀਆਂ ਵਧੀਆ ਗੱਲਾਂ ਕੀਤੀਆਂ। 7 ਸਾਲ ਦੀ ਗੱਲ ਆ, ਇੱਥੇ ਪ੍ਰਗਟ ਸਿੰਘ ਆਏ ਤੇ ਉਹਦੇ ਵਿੱਚ ਮੇਰੇ ਦੋਸਤ ਦੇ ਡੈਡੀ ਨੇ ਆ ਗੱਲ ਕੀਤੀ ਤੇ ਸਾਰੇ ਹੈਰਾਨ ਸੀ, ਬਜ਼ੁਰਗ ਮਤਲਬ ਬੜੀ ਦੂਰ ਅੰਦੇਸ਼ੀ ਨਾਲ ਗੱਲ ਕਰ ਰਿਹਾ। ਮਤਲਬ ਇਹ ਆਪਾਂ ਸਿੱਖ ਪਤਾ ਨਹੀਂ ਕਿੱਦਾਂ ਨੂੰ ਸਾਡੀ ਕਮਿਊਨਿਟੀ ਤੁਰ ਪਈ ਆ। ਇਹ ਆਪਣੇ ਲਈ ਬੜਾ ਵਧੀਆ। ਦੇਖੋ ਕੋਈ ਬੁੱਲੇ ਲੁੱਟ ਰਿਹਾ ਇਸ ਵੇਲੇ, ਹੁਣ ਕਿਹਦਾ ਨਾਂ ਲਈਏ। ਯੂਰਪ ਦਾ ਕੁਰਬਲ ਹੋ ਰਹੀ, ਉੱਥੇ ਨਜ਼ਾਰੇ ਲੈ ਰਹੇ। ਇੱਥੇ ਕੁਰਬਲ ਹੋ ਰਹੀ ਆ। BC ਉਹਨਾਂ ਨੂੰ ਵੀ ਉਦਾਂ ਦਾ ਦੱਸਦਾ, ਜਿਹੜੇ ਮਲਟੀ ਮਿਲੀਅਨ ਸਾਡੇ। ਇੱਕ ਹਮਾਰਾ, ਜਿੱਦਾਂ ਤੁਸੀਂ ਕਿਹਾ ਹਮਾਰੇ ਹਮ ਦੋ ਹਮਾਰਾ ਇੱਕ, ਕਿੱਧਰ ਨੂੰ ਤੁਰ ਪਈ ਜਾਂਦਾ। ਪਿੱਛੇ ਜੇ 3 ਬੱਚੇ ਲੈਣ ਲੱਗੇ ਸੀ ਆਪਣੇ ਲੋਕ, ਉਹ ਜਿਨ੍ਹਾਂ ਦੇ 2 ਮੁੰਡੇ ਨੂੰ ਵੀ ਕੁੜੀਆਂ ਦੀ ਕਦਰ ਵਧਣ ਲੱਗੀ, ਲੋਕਾਂ ਦੇ ਦਿਮਾਗ 'ਚ ਆਈ ਗੱਲ। ਉਹ ਕਈਆਂ ਦੇ ਵਿਚਾਰੇ ਤੀਜਾ ਵੀ ਬੇਟਾ ਹੀ ਹੋ ਗਿਆ। ਪਰ ਇਹ ਆਪਣੀ ਕਮਿਊਨਿਟੀ ਲਈ ਖਤਰੇ ਦੀ ਘੰਟੀ ਹੈ। ਬੱਚੇ ਘੱਟੋ ਘੱਟ 3-4 ਜਵਾਕ ਜ਼ਰੂਰ ਚਾਹੀਦੇ ਆ। ਸਾਰੇ ਪੜ੍ਹ ਲਿਖ ਜਾਂਦੇ ਆ, ਸਾਰੇ ਨੇ ਆਪੋ ਆਪਣਾ ਕਰਮ ਖਾਣਾ, ਪਰ ਸਾਡੀ ਜਨਤਾ ਪੁੱਠੇ ਪਾਸੇ ਨੂੰ ਤੁਰਦੀ ਆ। ਬੁੱਲੇ ਦਾ ਲੁੱਟ ਰਹੇ ਆ। ਮੈਂ ਹੁਣ ਦੱਸ ਰਿਹਾ, ਮੁਸਲਮਾਨ ਕਮਿਊਨਿਟੀ ਇੱਥੇ ਬੁੱਲੇ ਲੁੱਟ ਰਹੀ, ਕੈਨੇਡਾ ਦੀ ਨਜ਼ਾਰੇ ਨਾਲ ਰਹਿੰਦੀ ਆ, ਕੋਈ ਮਤਲਬ ਨਹੀਂ। ਅੱਜ ਤੋਂ ਅਸੀਂ ਕਿੱਧਰ ਨੂੰ ਤੁਰੇ ਆ ਤੇ ਤੁਸੀਂ ਜਾਗਰਤ ਕਰਦੇ ਲੋਕਾਂ ਨੂੰ। ਧੰਨਵਾਦ ਜੀ। ਧੰਨਵਾਦ ਜੀ।
ਉਹ ਚਲੋ ਬੁੱਲੇ ਵਾਲੀ ਤਾਂ ਕਹਾਣੀ ਮੰਨੀਏ ਚਾਹੇ ਨਾ ਮੰਨੀਏ, ਉਹਨਾਂ ਨੇ ਆਪਣੀ ਕੌਮ ਨੂੰ ਵਧਾਉਣ ਦੇ ਲਈ ਉਹ ਸਾਡੇ ਵਾਂਗੂ ਨਹੀਂ ਨਾ ਚੱਕਰ ਪਾਉਂਦੇ। ਚੱਲ ਬਈ ਕੰਮ ਤੇ ਖਿੱਚ ਲਾ, ਕੰਮ ਤੇ ਉਹਨਾਂ ਦੇ ਸਵਾਣੀਆਂ ਘਰੇ ਨੇ ਤੇ ਉਹ ਆਪ ਕੰਮ ਕਰਦੇ ਨੇ। ਉਹਨਾਂ ਦੇ ਆਪਣੇ ਉਹਨਾਂ ਦੇ ਮਨ ਦੇ ਵਿੱਚ ਸਾਡੀ ਕੌਮ ਵਧੇ, ਸਾਨੂੰ ਕਿਹੜਾ ਕਿਸੇ ਨੇ ਰੋਕਿਆ ਹੋਇਆ। ਅਸੀਂ ਆਪ ਆਪਣੇ ਪੈਰੀ ਕੁਹਾੜਾ ਮਾਰਿਆ। ਪਰਮਿੰਦਰ ਸਿੰਘ ਥਿੰਦ ਸਿੰਘ ਇੰਸ਼ੋਰੈਂਸ 604-828-7213 BC ਸੁਆਮਾ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਮੌਰਗੇਜ ਸੁਪਰਵਾਈਜ਼ਰ ਡਿਸੇਬਿਲਿਟੀ ਦੀ ਇੰਸ਼ੋਰੈਂਸ 604-828-7213 ਸੰਧੂ ਤੇ ਸਰਾਂ ਵਿਕਰਮ ਸਰਾਂ ਇਸ਼ਵਿੰਦਰ ਸੰਧੂ 778-552-6668-778-241-3342। ਤੁਸੀਂ ਕਿਸੇ ਕਿਸਮ ਦੀ ਮੌਰਗੇਜ ਲੈਣੀ ਹੈ ਤਾਂ ਐਬਸਫੋਰਡ ਦੇ ਵਿੱਚ ਸੰਧੂ ਤੇ ਸਰਾਂ ਦੇ ਨਾਲ ਗੱਲਬਾਤ ਕਰੇ। ਪੀਲ ਫਾਈਨੈਂਸ਼ੀਅਲ ਕੁਲਦੀਪ ਸਿੰਘ ਗਿੱਲ, ਗੁਰਜੋਤ ਸਿੰਘ ਗਿੱਲ 604-503-6969। ਟਰੱਕ ਟ੍ਰੇਲਰ ਡੰਪ ਟਰੱਕ ਲੈਣਾ ਤਾਂ 604-503-6969। ਹਰ ਕਿਸਮ ਦੀ ਮਸ਼ੀਨਰੀ ਤੁਹਾਨੂੰ ਮਿਲੇਗੀ ਸੰਧੂ ਆਪਣੇ ਪੀਲ ਫਾਈਨੈਂਸ਼ੀਅਲ ਤੋਂ, ਕੁਲਦੀਪ ਸਿੰਘ ਗਿੱਲ, ਗੁਰਜੋਤ ਸਿੰਘ ਗਿੱਲ। ਇਹ ਸੀ ਜੀ ਅੱਜ ਦਾ ਪ੍ਰੋਗਰਾਮ। ਅਖੀਰ 'ਚ ਗੀਤ ਦੇ 2 ਬੋਲ ਤੁਹਾਨੂੰ ਸੁਣਾਉਣਾ। ਰੱਬ ਰੱਖ।